ਦਸੰਬਰ 2019 ਨੂੰ ਇੱਕ ਅਜਿਹੀ ਬਿਮਾਰੀ ਚਾਈਨਾ ਤੋਂ ਸ਼ੁਰੂ ਹੋਈ ਜਿਸ ਦੇ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਇਹ ਬਿਮਾਰੀ ਕਿੰਨੀ ਭਿਆਨਕ ਹੋਵੇਗੀ। ਮਾਰਚ ਤੱਕ ਆਉਂਦੇ ਭਾਰਤ ਦੇ ਵਿੱਚ ਲੋਕਡਾਊਨ ਲੱਗ ਗਿਆ। ਪਹਿਲਾ ਕੇਸ ਕੇਰਲਾ ਤੋਂ ਆਇਆ। ਇਸ ਦੇ ਨਾਲੋਂ ਨਾਲ ਕੁਝ ਅਜਿਹੀਆਂ ਤਰਤੀਬਾਂ ਚੱਲੀਆਂ ਜੋ ਕਾਫੀ ਹਾਸੋਹੀਣੀਆਂ ਸਨ। ਇਸ ਦੇ ਵਿੱਚ ਬਲਦੇਵ ਸਿੰਘ ਨੂੰ ਪੂਰਾ ਕਲਪ੍ਰਿਟ ਬਣਾਇਆ ਗਿਆ ਪੰਜਾਬ ਦੇ ਅੰਦਰ ਕਰੋਨਾ ਦੇ ਫੈਲਣ ਦਾ। ਹੋਲਾ ਮਹੱਲਾ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਤੇ ਬਹਿਸਾਂ ਹੋਈਆਂ। ਉਸ ਦੌਰ ਦੇ ਅੰਦਰ ਲੋਕਡਾਊਨ ਦੇ ਨਾਲੋਂ ਨਾਲ ਵਰਕ ਫਰੋਮ ਹੋਮ ਦਾ ਕਲਚਰ ਸ਼ੁਰੂ ਹੋਇਆ। ਇਹ ਇਕੱਲਾ ਪੰਜਾਬ 'ਚ ਨਹੀਂ ਸੀ, ਪੂਰੀ ਦੁਨੀਆ ਦੇ ਵਿੱਚ ਸੀ। ਇਸ ਵਰਕ ਫਰੋਮ ਹੋਮ ਦੇ ਕਲਚਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੋਈਆਂ ਜਿਨ੍ਹਾਂ ਨੇ ਮਨੁੱਖੀ ਸੱਭਿਅਤਾ ਦੇ ਅੰਦਰ ਵਿਸ਼ਵਾਸ ਅਤੇ ਸਾਥ ਦਾ ਨਖੇੜਾ ਕਰ ਦਿੱਤਾ। ਲੋਕਾਂ ਦੇ ਅੰਦਰ ਖੌਫ ਭਰਿਆ ਗਿਆ। ਉਸ ਡਰ ਦੇ ਮਾਹੌਲ ਦੇ ਵਿੱਚ ਲਗਾਤਾਰ ਲੋਕਾਂ ਨੇ ਆਪਣੇ ਆਰਥਿਕ ਪੈਮਾਨੇ ਗਵਾਏ, ਲਗਾਤਾਰ ਮਾਨਸਿਕ ਤਸ਼ੱਦਦਾਂ ਝੱਲੀਆਂ। 1 ਸਾਲ ਬਾਅਦ ਆ ਕੇ ਵੀ ਕਰੋਨਾ ਦੇ ਇਸ ਪੂਰੀ ਤਰਤੀਬ ਨੂੰ ਲੈ ਕੇ ਸਾਡੀ ਸਮਝ ਉੱਥੇ ਦੀ ਉੱਥੇ ਹੀ ਖਲੋਤੀ ਹੈ। ਕਦੀ ਅਸੀਂ ਰਾਤ ਨੂੰ ਲੋਕਡਾਊਨ ਲਗਾ ਦਿੰਦੇ ਹਾਂ, ਕਦੀ ਅਸੀਂ ਐਤਵਾਰ ਦਾ ਲੋਕਡਾਊਨ ਬਣਾ ਦਿੰਦੇ ਹਾਂ, ਕਦੀ ਅਸੀਂ ਕਿਸੇ ਤਰ੍ਹਾਂ ਦੇ ਲੋਕਡਾਊਨ ਦੇ ਅੰਦਰ ਫੇਰ ਬਦਲ ਕਰ ਦਿੰਦੇ ਹਾਂ, ਕਦੀ ਅਸੀਂ ਕੁਛ ਤਰ੍ਹਾਂ ਕਰ ਦਿੰਦੇ ਹਾਂ। ਇਸ ਦੌਰਾਨ ਯਾਦ ਰਵੇ ਕਿ ਬੰਗਾਲ ਸਮੇਤ ਕਈ ਜਗ੍ਹਾ ਦੇ ਉੱਤੇ ਇਲੈਕਸ਼ਨ ਵੀ ਆਏ। ਇਸ ਦੌਰਾਨ ਹੋਲਾ ਮਹੱਲਾ ਮਨਾਇਆ ਗਿਆ, ਵਿਸਾਖੀ ਮਨਾਈ ਗਈ। ਕਿਸਾਨ ਐਜੀਟੇਸ਼ਨ ਚੱਲ ਰਹੀ ਹੈ ਜਿਹੜੀ ਕਿ ਹੋ ਸਕਦਾ ਹੈ ਕਿ ਪਗੜੀ ਸੰਭਾਲ ਜੱਟਾ ਲਹਿਰ ਤੋਂ ਵੀ ਉੱਪਰ 9 ਮਹੀਨੇ ਟੱਪ ਜਾਵੇ। ਅਜਿਹੀਆਂ ਸੂਰਤਾਂ ਦੇ ਵਿੱਚ ਇਹ ਵੀ ਇੱਕ ਸੱਚਾਈ ਹੈ। ਜੇ ਇੱਕ ਪਾਸੇ ਅਸੀਂ ਵੇਖ ਰਹੇ ਹਾਂ ਕਿ ਮੜੀਆਂ ਮਸਾਨਾਂ ਦੇ ਅੰਦਰ ਲਾਸ਼ਾਂ ਸੜ ਰਹੀਆਂ ਨੇ, ਲਗਾਤਾਰ ਕੇਸ ਵੱਧ ਰਹੇ ਨੇ, ਨਾਲੋਂ ਨਾਲ ਵੈਕਸੀਨੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ। ਵੈਕਸੀਨੇਸ਼ਨ ਨੂੰ ਲੈ ਕੇ ਵੀ ਅਜਬ ਤਰ੍ਹਾਂ ਦੇ ਭੰਬਲ ਭੁੱਸੇ ਨੇ। ਕੁਝ ਮਾਹਰ ਡਾਕਟਰ ਕਹਿੰਦੇ ਨੇ ਕਿ ਕਰੋਨਾ ਦੇ ਇਹ ਸਾਰੀ ਚੀਜ਼ਾਂ ਹੈਗੀਆਂ ਨੇ ਅਤੇ ਇਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਜੋ ਇਸ ਦੇ ਵਿਰੋਧ 'ਚ ਨੇ, ਇਹ ਨਹੀਂ ਹੈ ਕਿ ਉਹਨਾਂ ਦੀ ਗੱਲਾਂ ਦੇ ਅੰਦਰ ਗੰਭੀਰਤਾ ਨਹੀਂ। ਉਹਨਾਂ ਦੇ ਆਪਣੇ ਸੰਦਰਭ ਨੇ ਅਤੇ ਉਹਨਾਂ ਸੰਦਰਭਾਂ ਨੂੰ ਅਸੀਂ ਪਿਛੋਕੜ ਦੇ ਵਿੱਚ ਦੇਖਿਆ ਜਾਵੇ ਤੇ ਉਹਨਾਂ ਤੋਂ ਅਸੀਂ ਅਣਗੌਲਿਆ ਨਹੀਂ ਕਰ ਸਕਦੇ, ਨਾ ਉਹਨਾਂ ਨੂੰ ਝੁਠਲਾ ਸਕਦੇ ਹਾਂ। ਦੁਨੀਆ ਦੇ ਵਿੱਚ ਵੱਡੀਆਂ ਵੱਡੀਆਂ ਮਹਾਂਮਾਰੀਆਂ ਆਉਂਦੀਆਂ ਨੇ। ਮਹਾਂਮਾਰੀ ਦੇ ਦੌਰਾਨ ਇਹ ਠੀਕ ਹੈ ਕਿ ਸ਼ੁਰੂਆਤ ਦੇ ਵਿੱਚ ਸਾਨੂੰ ਉਸ ਨਾਲ ਨਜਿੱਠਣਾ ਨਹੀਂ ਆਉਂਦਾ, ਪਰ ਹੌਲੀ ਹੌਲੀ ਸਾਨੂੰ ਉਸ ਦੀ ਸਮਝ ਪੈ ਜਾਂਦੀ ਹੈ। ਇਸੇ ਸਮਝ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਨਜਿੱਠਿਆ ਵੀ ਹੈ। ਇਹ ਨਹੀਂ ਹੈ ਕਿ ਅਸੀਂ ਨਹੀਂ ਨਜਿੱਠਿਆ, ਪਰ ਇਸ ਦੌਰਾਨ ਅਸੀਂ ਕੀ ਕਰ ਰਹੇ ਹਾਂ, ਕੀ ਤਰਤੀਬ ਬਣਾ ਰਹੇ ਹਾਂ, ਉਹ ਬਹੁਤ ਜ਼ਰੂਰੀ ਹੈ। ਇਸ ਸਭ ਦੇ ਵਿੱਚ ਇੱਕ ਚੀਜ਼ ਇਹ ਵੀ ਨਾ ਭੁੱਲੀਏ ਕਿ ਮੈਡੀਕਲ ਟੈਰਰਿਜ਼ਮ ਹਮੇਸ਼ਾ ਰਿਹਾ ਹੈ। ਉਸ ਦੇ ਵਿੱਚ ਖਾਸ ਕੰਪਨੀਆਂ ਦੀ ਚੜ੍ਹਤ, ਖਾਸ ਕੰਪਨੀਆਂ ਦਾ ਵਰਚਸਵ ਦੀ ਲੜਾਈ ਵੀ ਰਹੀ ਹੈ। ਤੁਹਾਨੂੰ ਯਾਦ ਹੋਵੇ ਕਿ 1993 ਦੇ ਨੇੜੇ ਤੇੜੇ ਕੈਲੀਫੋਰਨੀਆ ਦੇ ਹੈਨਕਲੇ ਦੇ ਅੰਦਰ P&G ਫੈਕਟਰੀ ਨੇ ਲਗਾਤਾਰ ਅਜਿਹਾ ਕੁਝ ਕੀਤਾ ਜਿਸ ਦੇ ਨਾਲ ਕੈਂਸਰ ਵਧਿਆ। ਮੈਡੀਕਲ ਹਿਸਟਰੀ ਦੇ ਅੰਦਰ ਉਹ ਹੁਣ ਤੱਕ ਦਾ ਸਭ ਤੋਂ ਵੱਡਾ ਕੇਸ ਹੈ ਜਿਸ ਦੇ ਵਿੱਚ ਲੋਕਾਂ ਨੂੰ ਸਭ ਤੋਂ ਵੱਡਾ ਮੁਆਵਜ਼ਾ ਅਦਾਲਤੀ ਹੁਕਮਾਂ ਦੇ ਮੁਤਾਬਕ ਦੇਣਾ ਪਿਆ। ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਕਰੋਨਾ ਨੂੰ ਲੈ ਕੇ ਇੱਕ ਅਜੀਬ ਸਮੱਸਿਆ ਬਣੀ ਹੋਈ ਹੈ। ਸਰਕਾਰ ਵੱਲੋਂ ਜਾਂ WHO ਦੀ ਹਦਾਇਤਾਂ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਮਾਸਕ ਲਗਾ ਕੇ ਰੱਖੋ। ਸਪੇਨ ਜਾਂ ਸਵੀਡਨ ਅਜਿਹੇ ਦੇਸ਼ ਨੇ ਜੋ ਮਾਸਕ ਨੂੰ ਇਗਨੋਰ ਕਰ ਰਹੇ ਨੇ। ਉਹਨਾਂ ਦੇ ਮੁਤਾਬਕ ਮਾਸਕ ਦੀ ਲੋੜ ਨਹੀਂ ਹੈ। ਪੰਜਾਬ ਦੇ ਅੰਦਰ ਜਾਂ ਭਾਰਤ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਮਾਸਕ ਕਿਸੇ ਵੀ ਤਰ੍ਹਾਂ ਦਾ ਕਰੋਨਾ ਦੀ ਰੋਕਥਾਮ ਦਾ ਟੂਲ ਘੱਟ ਬਣ ਰਿਹਾ, ਉਹ ਚਲਾਨ ਤੋਂ ਬਚਣ ਦਾ ਟੂਲ ਵੱਧ ਬਣ ਰਿਹਾ। ਬਹੁਤ ਸਾਰੇ ਅਜਿਹੇ ਲੋਕਾਂ ਨਾਲ ਗੱਲ ਵੀ ਕੀਤੀ ਜਿਹੜੇ ਕਹਿੰਦੇ ਨੇ ਕਿ ਅਸੀਂ ਇੱਕ ਮਾਸਕ ਆਪਣਾ ਪੱਕਾ ਗੱਡੀ ਦੇ ਵਿੱਚ ਰੱਖਿਆ ਆ, ਜਿੱਥੇ ਵੀ ਪੁਲਿਸ ਦਿਖਦੀ ਹੈ ਅਸੀਂ ਉਹ ਮਾਸਕ ਲਗਾ ਲੈਂਦੇ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਕਾਫੀ ਹਾਸੋਹੀਣਾ ਵੀ ਹੈ ਅਤੇ ਤਰਸ ਭਰਿਆ ਵੀ ਹੈ ਕਿ ਪੁਲਿਸ ਤੋਂ ਬਚਣ ਦਾ ਟੂਲ ਮਾਸਕ ਬਣ ਕੇ ਰਹਿ ਗਿਆ ਅਤੇ ਇਹ ਚਲਾਨ ਦਾ ਹਿੱਸਾ ਹੈ। ਇਸ ਨੂੰ ਲੈ ਕੇ ਕਰੋੜਾਂ ਰੁਪਏ ਦੀ ਉਗਰਾਹੀ ਵੀ ਕੀਤੀ ਗਈ ਹੈ, ਪਰ ਸਰਕਾਰ ਇਸ ਗੰਭੀਰਤਾ ਨੂੰ ਕਿਵੇਂ ਵੇਖੇਗੀ, ਇਸ ਦਾ ਜਵਾਬ ਸਰਕਾਰ ਕੋਲ ਨਹੀਂ ਹੈ। ਇੱਕ ਪਾਸੇ ਜਦੋਂ ਕਿਸੇ ਪੈਲਸ ਦੇ ਅੰਦਰ ਵਿਆਹ ਹੋ ਰਿਹਾ ਤੇ ਲਾੜਾ ਤੇ ਲਾੜੀ ਨੂੰ ਜੁਰਮਾਨਾ ਕੀਤਾ ਜਾਂਦਾ ਹੈ, ਬਰਾਤ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਅੰਦੇਸ਼ਾ ਲਗਾਇਆ ਜਾਂਦਾ ਹੈ ਕਿ ਇਹ ਕਰੋਨਾ ਫੈਲਾ ਸਕਦੇ ਨੇ, ਇਸ ਕਰਕੇ ਇਹਨਾਂ 'ਤੇ ਜੁਰਮਾਨਾ ਪਾਇਆ ਜਾਵੇ। ਦੂਸਰੇ ਪਾਸੇ
ਇੱਕ ਮੇਅਰ ਦੇ ਚੁਣੇ ਜਾਣ ਦੀ ਖੁਸ਼ੀ ਤੋਂ ਬਾਅਦ ਇੱਕ ਵੱਡੀ ਪਾਰਟੀ ਕੀਤੀ ਜਾਂਦੀ ਹੈ, ਉਸ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਵੀ ਨਹੀਂ ਹੁੰਦਾ ਤੇ ਸ਼ਾਇਦ ਸਰਕਾਰ ਨੂੰ ਲੱਗਦਾ ਕਿ ਉਹ ਕੋਰੋਨਾ ਨਹੀਂ ਫੈਲਾ ਸਕਦੇ। ਯਾਨੀ ਕਿ ਕਿਸੇ ਵੀ ਇਕੱਠ ਨੂੰ ਲੈ ਕੇ ਦੋਹਰੇ ਮਾਪਦੰਡ ਨੇ, ਚਲਾਨ ਜਾਂ ਗੱਡੀਆਂ ਦੇ ਵਿੱਚ ਆਉਣ ਜਾਣ ਨੂੰ ਲੈ ਕੇ ਦੋਹਰੇ ਮਾਪਦੰਡ ਨੇ, ਵੈਕਸੀਨੇਸ਼ਨ ਨੂੰ ਲੈ ਕੇ ਅਜੀਬ ਤਰ੍ਹਾਂ ਦਾ ਭੰਬਲ ਭੁੱਸਾ ਆ। ਮਸਲਾ ਇਹ ਹੈ ਕਿ ਕਰੋਨਾ ਕੋਵਿਡ ਹੈ, ਪਰ ਇਸ ਵਾਇਰਸ ਨੂੰ ਲੈ ਕੇ ਸਾਡੀ ਸਮਝ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਵਾਇਰਸ ਦੇ ਦੌਰਾਨ ਸਾਡੀ ਤਰਤੀਬ ਕਿਹੋ ਜਿਹੀ ਹੋਣੀ ਚਾਹੀਦੀ ਹੈ। ਮੰਨ ਲਓ ਕਿ ਜੇ ਕਰੋਨਾ ਅੱਜ ਤੋਂ ਸਾਲਾਂ ਬਾਅਦ ਵੀ ਖਤਮ ਹੋਵੇ ਤਾਂ ਕੀ ਅਸੀਂ ਸਾਲਾਂ ਬਾਅਦ ਘਰਾਂ 'ਚ ਕੈਦ ਹੋ ਕੇ ਹੀ ਰਹਿ ਜਾਵਾਂਗੇ? ਕੀ ਅਸੀਂ ਇਸ ਦਾ ਦੂਸਰਾ ਬਦਲ ਨਹੀਂ ਲੱਭਾਂਗੇ? ਕੀ ਅਸੀਂ ਕੁਝ ਅਜਿਹਾ ਨਹੀਂ ਕਰ ਸਕਦੇ ਜਿਸ ਦੇ ਵਿੱਚ ਇੱਕ ਤਰਤੀਬ ਆ ਸਕੇ ਅਤੇ ਉਸ ਤਰਤੀਬ ਦੇ ਨਾਲ ਸਮੁੱਚੀ ਚੀਜ਼ ਨੂੰ ਨਜਿੱਠਿਆ ਜਾਵੇ? ਕਿਉਂਕਿ ਇਸ ਦਾ ਦੂਜਾ ਸੱਚ ਇਹ ਹੈ ਕਿ ਲਗਾਤਾਰ ਲੋਕਾਂ ਦੇ ਅੰਦਰ ਮਾਨਸਿਕ ਬੋਝ ਹੈ ਅਤੇ ਉਸ ਮਨੋਵਿਗਿਆਨਿਕ ਪ੍ਰੈਸ਼ਰ ਦੇ ਵਿੱਚੋਂ ਗੁਜ਼ਰਦਿਆਂ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਨੇ। ਲਗਾਤਾਰ ਆਰਥਿਕਤਾ ਗਿਰ ਰਹੀ ਹੈ, ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਅਤੇ ਜਿਨ੍ਹਾਂ ਕੰਪਨੀਆਂ ਨੇ ਘਰਾਂ ਤੋਂ ਕੰਮ ਲੈਣਾ ਸ਼ੁਰੂ ਕੀਤਾ ਉਹਨਾਂ ਨੇ ਹਾਫ ਪੇ ਸੈਲਰੀ ਕੀਤੀ ਅਤੇ ਉਸ ਅੱਧੇ ਸੈਲਰੀ ਦੇ ਵਿੱਚ ਕਿੰਨਾ ਕੁ ਗੁਜ਼ਾਰਾ ਹੋ ਸਕਦਾ ਹੈ ਇਹ ਵੀ ਅਸੀਂ ਸਾਰੇ ਜਾਣਦੇ ਹਾਂ। ਇਹ ਸਾਰੀ ਪੋਜੀਸ਼ਨ ਨੂੰ ਲੈ ਕੇ ਸਾਡੇ ਸਾਹਮਣੇ ਸੋਚ ਇਹ ਹੈ ਕਿ ਅਸੀਂ ਇਹ ਸਾਰੀ ਚੀਜ਼ ਨਾਲ ਨਜਿੱਠੀਏ ਕਿਵੇਂ। ਇਸ ਨੂੰ ਲੈ ਕੇ ਅਸੀਂ ਪਹਿਲਾਂ ਵੀ ਤੁਹਾਨੂੰ ਆਪਣੇ ਦੀ ਅਨਮਿਊਟ ਚੈਨਲ ਦੇ ਉੱਤੇ ਡਾਕਟਰਾਂ ਦੇ ਨਾਲ ਇੰਟਰਵਿਊ ਕਰਵਾਈ ਸੀ ਅਤੇ ਉਸ ਦਾ ਦੂਸਰਾ ਪੱਖ ਜਾਣਨ ਦੇ ਲਈ ਅਸੀਂ ਡਾਕਟਰ ਅਮਰ ਆਜ਼ਾਦ ਕੋਲ ਆਏ ਹਾਂ। ਆਜ਼ਾਦ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ 'ਚ। ਜੀ ਆਜ਼ਾਦ ਸਾਹਿਬ, ਕੋਵਿਡ ਹੈ, ਦੂਜਾ ਸੱਚ ਹੈ ਕਿ ਲਗਾਤਾਰ ਹੋ ਸਕਦਾ ਕਿ ਚੈਨਲ ਖੌਫ ਵਧਾ ਰਹੇ ਹੋਣ, ਪਰ ਉਸ ਖੌਫ ਦੇ ਵਿੱਚ ਵੀ ਕੁਝ ਸੱਚਾਈ ਹੈਗੀ ਹੈ ਕਿ ਲੋਕ ਲਗਾਤਾਰ ਮਰ ਰਹੇ ਨੇ। ਹੋ ਸਕਦਾ ਕਿ ਉਹਦੀ ਦਰਜਾਬੰਦੀ ਕਰਨ ਦੇ ਵਿੱਚ ਕਿਤੇ ਨਾ ਕਿਤੇ ਮੈਡੀਕਲ ਵਾਲੇ ਹੋਰ ਤਰ੍ਹਾਂ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ 1 ਸਾਲ ਬਾਅਦ ਵੀ ਸਾਡੀ ਉਸ ਤਰ੍ਹਾਂ ਦੀ ਤਰਤੀਬ ਜਾਂ ਉਸ ਤਰ੍ਹਾਂ ਦੀ ਸਮਝ ਕਿਉਂ ਨਹੀਂ ਬਣ ਸਕੀ? ਦੇਖੋ ਗੱਲ ਸਾਹਿਬ, ਜਿਹੜਾ ਤੁਸੀਂ ਕਿਹਾ ਵੀ ਜਿਹੜਾ ਮਾਹਰ ਡਾਕਟਰਾਂ ਦੇ ਓਪੀਨੀਅਨ ਤੇ ਸਾਰੀ ਗੱਲ ਤੁਸੀਂ ਜੇ ਇਹਦਾ ਘਟਨਾਕ੍ਰਮ ਦੇਖੀਏ ਆਪਾਂ ਤਾਂ ਹਿੰਦੁਸਤਾਨ ਦੇ ਅੰਦਰ ਕਿਸੇ ਵੀ ਮਾਹਰ ਡਾਕਟਰਾਂ ਦੀ ਨਾ ਕੋਈ ਕਮੇਟੀ ਬੈਠੀ, ਨਾ ਕੋਈ ਮੀਟਿੰਗ ਹੋਈ, ਨਾ ਕਿਸੇ ਨੂੰ ਪੁੱਛਿਆ ਗਿਆ, ਨਾ ਕਿਸੇ ਦੇ ਓਪੀਨੀਅਨ ਬਾਰੇ ਬਾਦਰ ਕੀਤਾ ਗਿਆ। ਸਿਰਫ ਫੈਸਲੇ ਹੋਏ ਨੇ WHO ਦੇ ਲੈਵਲ 'ਤੇ, CDC ਅਮਰੀਕਾ ਦੇ ਲੈਵਲ 'ਤੇ, ਉੱਥੇ ਫੈਸਲੇ ਹੋਏ ਨੇ ਅਤੇ ਇੰਪਲੀਮੈਂਟੇਸ਼ਨ ਹਿੰਦੁਸਤਾਨ 'ਚ ਹੋਈ ਹੈ। ਸੋ ਇਹ ਇੱਕ ਫੈਕਟ ਹੈ ਕਿ ਸਾਡੇ ਪ੍ਰੋਫੈਸ਼ਨਲ ਬਾਡੀਜ਼ ਨੂੰ, ਸਾਡੀਆਂ ਬਹੁਤ ਸਾਰੀਆਂ ਪ੍ਰੋਫੈਸ਼ਨਲ ਬਾਡੀਜ਼ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਰਾਏ ਕਰਨੀ ਬਣਦੀ ਸੀ, ਜਿਹਨਾਂ ਨੂੰ ਪੁੱਛਣਾ ਬਣਦਾ ਸੀ। ਜਿੰਨੀ ਕਿ ਮੇਰੇ ਨੋਟਿਸ 'ਚ ਹੈਗੀ ਹੈ, ਜੇ ਕਿਸੇ ਨੂੰ ਪੁੱਛਿਆ ਵੀ ਗਿਆ ਤਾਂ ਉਹਦੇ 'ਚੋਂ ਜਿਹੜੀ ਸਭ ਤੋਂ ਜ਼ਿਆਦਾ ਓਪੀਨੀਅਨ ਮਿਲੀ ਹੈ ਕਿ ਜਿਹੜੇ ਕਮਿਊਨਿਟੀ ਮੈਡੀਸਨ ਜਿਹੜਾ ਕੇਸ ਜਿਹਦੇ ਨਾਲ ਕਿ ਡੀਲ ਕਰਦੀਆਂ ਜਿਹੜੀਆਂ ਪ੍ਰੋਫੈਸ਼ਨਲ ਬਾਡੀਜ਼, ਕਮਿਊਨਿਟੀ ਮੈਡੀਸਨ ਦੇ ਡਾਕਟਰ, ਤਾਂ ਉਹਨਾਂ ਨੇ ਉਲਟਾ ਕਿਹਾ ਕਿ ਇਹ ਵਾਇਰਸ ਜਿਹੜੀ ਹੈ ਇਹਦਾ ਜਿਹੜਾ ਟੀਕਾਕਰਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਵਾਇਰਸ ਦੀ ਇੰਨੀ ਸੀਰੀਅਸ ਨਹੀਂ ਹੈਗੀ ਅਤੇ ਨਾ ਇਹਦਾ ਟੀਕਾ ਸੰਭਵ ਵੀ ਨਹੀਂ ਹੋਣਾ। ਤਾਂ ਉਹ ਕਾਫੀ ਉਹਨਾਂ ਦੇ ਓਪੀਨੀਅਨ ਇੰਡੀਪੈਂਡੈਂਟ ਸੀਗਾ, ਜਿਹਨੂੰ ਫਿਰ ਉਹਨਾਂ ਨੇ ਉਸ ਤੋਂ ਬਾਅਦ ਅਣਗੌਲਿਆ ਕੀਤਾ, ਨਾ ਉਹਨੂੰ ਕਿਤੇ ਪ੍ਰੋਜੈਕਟ ਕੀਤਾ, ਨਾ ਉਹ ਮੈਂ ਕਿਤੇ ਬਸ ਲੱਭਦਾ ਮੈਨੂੰ ਲੱਭਿਆ। ਤਾਂ ਕਿਸੇ ਨੂੰ ਵੀ ਨਹੀਂ ਪਤਾ ਵੀ ਇਹ ਜਿਹੜੀਆਂ ਤਿੰਨ ਪ੍ਰੋਫੈਸ਼ਨਲ ਬਾਡੀਜ਼ ਨੇ ਕਮਿਊਨਿਟੀ ਮੈਡੀਸਨ ਦੀਆਂ, ਤਿੰਨਾਂ ਦਾ ਓਪੀਨੀਅਨ ਲਗਭਗ ਇੱਕੋ ਹੀ ਹੈ ਕਿ ਇਹਦਾ ਵੈਕਸੀਨ ਜਿਹੜਾ ਨੇ ਉਹ ਬਣਾਉਣਾ ਸੰਭਵ ਨਹੀਂ ਹੈ ਕਿਉਂਕਿ ਮਿਊਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਇਹਦੀ ਵਾਇਰਸ ਦੀ। ਦੂਜੀ ਗੱਲ, ਲੋੜ ਕੋਈ ਨਹੀਂ ਇਹਦੀ, ਇਹ ਇੰਨੀ ਸੀਰੀਅਸ ਵਾਇਰਸ ਹੈ ਨਹੀਂ ਕਿ ਜਿਹਦੇ ਲਈ ਕੋਈ ਵੈਕਸੀਨ ਬਣਾਇਆ ਜਾਵੇ। ਔਰ ਇਹੋ ਜਿਹੀਆਂ ਵਾਇਰਸ ਹੋਰ ਵੀ ਨੇ, ਅੱਗੇ ਵੀ ਆਉਂਦੀਆਂ ਰਹਿਣੀਆਂ ਨੇ। ਸੋ ਇਸ ਕਰਕੇ ਆਪਾਂ ਪਹਿਲੀ ਗੱਲ ਤਾਂ ਇਹ ਗੱਲ ਜਿਹੜੀ ਹੈ ਕਿ ਸਾਡੇ ਕੋਈ ਡਾਕਟਰਾਂ ਨੂੰ ਪੁੱਛਿਆ ਗਿਆ, ਸਾਡੇ ਕੋਲ ਪ੍ਰੋਫੈਸ਼ਨਲ ਬਾਡੀ ਨੂੰ ਪੁੱਛਿਆ ਗਿਆ, ਐਸਾ ਕੁਛ ਵੀ ਨਹੀਂ ਹੈਗਾ। ਤੁਸੀਂ ਸੀਕੁਐਂਸ ਆਫ ਇਵੈਂਟਸ ਇੱਦਾਂ ਨਹੀਂ ਹੈ। ਘਟਨਾ WHO ਨੇ ਡਿਕਟੇਟ ਕੀਤਾ, CDC ਨੇ ਡਿਕਟੇਟ ਕੀਤਾ, ਜੋ ਉੱਤੇ ਬੈਠ ਕੇ 2 4 5 ਬੰਦਿਆਂ ਨੇ, ਈਵਨ ਅਮਰੀਕਾ ਦੇ ਅੰਦਰ ਵੀ ਡਿਫਰੈਂਸ ਓਪੀਨੀਅਨ ਰਿਹਾ ਜੀ। ਤੁਹਾਨੂੰ ਯਾਦ ਹੋਣਾ, ਈਵਨ ਟਰੰਪ ਜਿਹੜੇ ਉਹਨਾਂ ਦੇ ਵਿਰੋਧ 'ਚ ਕਾਫੀ ਦੇਰ ਤੱਕ ਖੜ੍ਹਦਾ ਰਿਹਾ ਅਤੇ ਉਹ ਵੀ ਕਹਿੰਦਾ ਰਿਹਾ ਕਿ ਵੀ ਇਹ ਤੁਸੀਂ ਜ਼ਿਆਦਾ ਐਗਜ਼ੈਜਰੇਟ ਕਰ ਰਹੇ ਹੋ ਗੱਲ ਨੂੰ। ਤਾਂ ਉਹ ਇਸ ਕਰਕੇ ਅਮਰੀਕਾ ਦੇ ਅੰਦਰ ਵੀ ਇੱਕ ਲੌਬੀ ਜਿਹੜੀ ਹੈ ਉਹਨੇ ਸਾਰੀ ਗੱਲ ਨੂੰ ਕਿਤੇ ਨਾ ਕਿਤੇ ਇਸ ਗੱਲ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਆਟੋਕ੍ਰੈਟਿਕ ਢੰਗ ਦੇ ਨਾਲ ਇੰਪਲੀਮੈਂਟ ਕਰਵਾਇਆ ਜੀ ਸਰਕਾਰਾਂ ਤੋਂ। ਉਹਦੇ ਲਈ ਉਹਨਾਂ ਨੇ ਏਜੰਸੀਆਂ ਵਰਤੀਆਂ ਨੇ, ਵਰਲਡ ਬੈਂਕ ਵਰਤਿਆ, IMF ਵਰਤਿਆ, ਕਿਉਂਕਿ ਉਹਦੇ ਅੰਦਰ ਸ਼ਰਤਾਂ ਲੱਗੀਆਂ ਹੋਈਆਂ ਨੇ ਕਿ ਜੋ WHO ਕਹਿ ਦੇਗਾ ਉਹ ਤੁਹਾਨੂੰ ਇੰਪਲੀਮੈਂਟ ਕਰਨਾ ਪਏਗਾ ਕਿਉਂਕਿ ਉਹਦੇ ਅੰਦਰ ਲੋਨਸ ਲਏ ਹੋਏ ਸੀ। ਸੋ ਇਸ ਕਰਕੇ ਇਹ ਜਿਹੜਾ ਇੱਦਾਂ ਦਾ ਆਪਾਂ ਕਹੀਏ ਕੋਈ ਕਿ ਬਹੁਤ ਵਿਗਿਆਨਕ ਢੰਗ ਨਾਲ, ਵਿਗਿਆਨਕ ਤੌਰ 'ਤੇ ਟੈਸਟ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ, ਐਸੀ ਕੋਈ ਐਵੀਡੈਂਸ ਨਹੀਂ ਹੈ ਜੀ ਕਿ ਵਿਗਿਆਨਕ ਤੌਰ 'ਤੇ ਇਹਨੂੰ ਕੋਈ ਆਪਾਂ ਟੈਸਟ ਕਰ ਲਿਆ ਹੋਇਆ। ਦੂਜੀ ਗੱਲ, ਹਾਲੇ ਤੱਕ ਹੁਣ ਸਾਲ ਬਾਅਦ ਅਜੇ ਵੀ ਇਹੋ ਜਿਹੀ ਕੋਈ ਐਵੀਡੈਂਸ ਨਹੀਂ ਹੈ ਕਿ ਇਹ ਵਾਇਰਸ ਕੋਈ ਐਕਸਟਰਾਆਰਡੀਨਰੀ ਜ਼ਿਆਦਾ ਖਤਰਨਾਕ ਹੈ। ਓਕੇ, ਕੋਈ ਇਹੋ ਜਿਹੀ ਸਾਇੰਟੀਫਿਕ ਐਵੀਡੈਂਸ ਇੱਕ ਵੀ ਨਹੀਂ ਹੈ, ਇੱਕ ਵੀ ਸਟੱਡੀ ਇਹੋ ਜਿਹੀ ਐਸੀ ਨਹੀਂ ਹੈ ਜਿਹੜੀ ਇਹ ਕਹਿੰਦੀ ਹੋਵੇ ਕਿ ਇਹ ਕੋਈ ਐਕਸਟਰਾਆਰਡੀਨਰੀ ਜਿਹੜੀ ਹੈ ਡੇਂਜਰਸ ਹੈ।
ਨਾਮਕਰਨ ਜ਼ਰੂਰ ਕੀਤਾ ਗਿਆ ਇਹਦਾ। ਇਹ ਫਲੂ ਵਾਇਰਸ ਜਿਹੜੀਆਂ ਨੇ ਕੋਈ ਅੱਜ ਦੀਆਂ ਨਹੀਂ ਹੈਗੀਆਂ, ਇਹ ਮਨੁੱਖਤਾ ਦੇ ਨਾਲ ਆਈਆਂ ਅਤੇ ਮਨੁੱਖਤਾ ਦੇ ਨਾਲ ਹੀ ਰਹਿਣਗੀਆਂ। ਇਹ ਕੋਈ ਵਾਇਰਸ ਕੋਈ ਸਾਡੇ ਲਈ ਨਵਾਂ ਵਰਤਾਰਾ ਨਹੀਂ ਹੁੰਦਾ। ਸੋ ਇਸ ਕਰਕੇ ਜੇ ਆਪਾਂ ਕਹੀਏ ਵੀ ਜਿਹੜਾ ਇਹ ਵਰਤਾਰਾ ਹੈ ਵਾਇਰਸ ਦਾ ਕੋਈ ਨਵਾਂ ਨਹੀਂ ਹੈ, ਨਾ ਕੋਈ ਇਹ ਨਵੀਂ ਵਾਇਰਸ ਹੈ, ਨਾ ਕੋਈ ਇਹ ਇਹੋ ਜਿਹੀ ਉਹ ਆਪਾਂ ਨੂੰ ਬੜਾ ਸਪਸ਼ਟ ਵੀ ਹੋ ਗਿਆ। ਕਿਸਾਨ ਧਰਨੇ 'ਚ ਸਪਸ਼ਟ ਹੋ ਗਿਆ, ਕੁੰਭ ਦੇ ਮੇਲੇ ਸਪਸ਼ਟ ਹੋ ਗਿਆ, ਰੈਲੀਆਂ 'ਚ ਸਪਸ਼ਟ ਹੋ ਗਿਆ। ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਕੋਈ ਮਾਸਕ ਨਹੀਂ ਲਾ ਰਿਹਾ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਰਿਹਾ, ਬੜੇ ਆਰਾਮ ਨਾਲ ਜ਼ਿੰਦਗੀ ਚੱਲ ਰਹੀ ਹੈ। ਜਿਹੜੇ ਲੋਕ ਮਰ ਰਹੇ ਆ ਜਾਂ ਬਿਮਾਰ ਹੋ ਰਹੇ ਆ, ਉਹਨਾਂ ਦੇ ਜਿਹੜੇ ਫਿਗਰਸ ਨੇ, ਉਹਨਾਂ ਦੇ ਅੰਕੜੇ ਜਿਹੜੇ ਨੇ, ਉਹ ਹਾਲੇ ਤੱਕ ਕੋਈ ਐਵੀਡੈਂਸ ਨਹੀਂ ਹੈ ਕਿ ਬਹੁਤ ਜ਼ਿਆਦਾ ਨੇ, ਕਿਉਂਕਿ ਪੂਰੀ ਦੁਨੀਆ ਦੇ ਅੰਦਰ 5 ਲੱਖ ਤੋਂ ਲੈ ਕੇ 6.5 ਲੱਖ ਬੰਦਾ ਹਰ ਸਾਲ ਫਲੂ ਨਾਲ ਮਰਦਾ ਹੀ ਮਰਦਾ ਸੀਗਾ। ਕੋਈ ਨਵੀਂ ਗੱਲ ਨਹੀਂ ਹੈ, ਇਹ ਵੀ ਫਲੂ ਹੈ। ਇੱਕ ਫਲੂ ਦੀ ਇੱਕ ਵਾਇਰਸ ਦਾ ਨਾਮਕਰਨ ਕਰ ਦਿੱਤਾ ਗਿਆ, ਬਾਕੀ ਸਾਰੀਆਂ ਵਾਇਰਸ ਨੂੰ ਇਗਨੋਰ ਕਰਤਾ ਗਿਆ। ਬਾਕੀ ਉਹ ਵਾਇਰਸ ਬਾਰੇ ਬੋਦਰ ਨਹੀਂ ਕਰ ਰਿਹਾ। ਹਾਲਾਂਕਿ ਵੈਲ ਨੋਨ ਹੈ ਕਿ ਫਲੂ ਦੀਆਂ ਵਾਇਰਸਿਸ ਬਹੁਤ ਜ਼ਿਆਦਾ ਹੁੰਦੀਆਂ ਨੇ ਜੀ। ਇਸ ਨਾਮਕਰਨ ਤੋਂ ਪਹਿਲਾਂ ਜਿਹੜੀ ਵਾਇਰਸ ਨੂੰ ਤੁਸੀਂ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਰਹੇ ਸੀ H1N1, ਜਿਹਨੂੰ ਸਵਾਈਨ ਫਲੂ ਕਿਹਾ ਜਾ ਰਿਹਾ ਸੀਗਾ, ਹੁਣ ਕਿੱਥੇ ਆਓ? ਹੁਣ ਤਾਂ ਵਾਇਰਸ ਹੈ ਨਹੀਂ ਕਿਤੇ, ਉਹ ਕਿੱਧਰ ਗਈ? ਇਹਦਾ ਮਤਲਬ ਤੁਸੀਂ ਉਹਦਾ ਟੈਸਟ ਕਰਨਾ ਬੰਦ ਕਰਤਾ ਕਿ ਨਵਾਂ ਟੈਸਟ ਸ਼ੁਰੂ ਕਰਤਾ। ਪਹਿਲਾਂ ਉਹ ਕਰੀ ਜਾਂਦੇ ਸੀਗੇ, ਉਹ ਕਹਿ ਕੇ ਡਰਾਈ ਜਾਂਦੇ ਸੀਗੇ। ਉਹ 2009 ਤੋਂ ਸ਼ੁਰੂ ਕੀਤਾ ਸੀਗਾ, 2019 ਤੱਕ 10 ਸਾਲ ਚਲਾਇਆ ਉਹ ਦਹਿਸ਼ਤ। ਪਰ ਉਹ ਇਸ ਗੱਲ ਦੇ ਬਾਵਜੂਦ ਕਿ ਉਹ ਇਹਨਾਂ ਦੇ ਆਪਣੇ ਜਿਹੜੀ CNN ਚੈਨਲ ਹੈ, ਉਹਨੇ ਉਹਨਾਂ ਦਾ ਫਰਾਡ ਖੜਾ ਕਰ ਵੀ ਇਹ ਜਾਣਬੁੱਝ ਕੇ ਲੈ ਕੇ ਆਏ ਆ, ਡਰਾ ਰਹੇ ਆ, ਗੱਲ ਕੁਛ ਨਹੀਂ ਹੈ ਆਲਰੇਡੀ ਫਲੂ ਵਾਇਰਸ ਹੈ। ਤਾਂ ਉਹ ਹੁਣ ਇੱਕ ਨਵਾਂ ਵਾਇਰਸ ਲੈ ਆਏ ਜਿਹਦੇ ਸਿਰ 'ਤੇ ਜਿਹੜਾ ਹੈ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ, ਜਿਹਦੀ ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਹੈ ਕਿ ਕੋਈ ਸਪੈਸ਼ਲ ਵਾਇਰਸ ਹੈ, ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਹੈ ਕਿ ਨਵੀਂ ਵਾਇਰਸ ਹੈ, ਕੋਈ ਸਾਇੰਟੀਫਿਕ ਐਵੀਡੈਂਸ ਨਹੀਂ ਕਿ ਐਕਸਟਰਾਆਰਡੀਨਰੀ ਖਤਰਨਾਕ ਵਾਇਰਸ ਹੈ। ਸੋ ਇਸ ਫੈਕਟਸ ਇਹ ਨੇ। ਹੁਣ ਇਹਦੇ ਸੰਦਰਭ 'ਚ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਜੋ ਘਟਨਾਕ੍ਰਮ ਹੋ ਰਿਹਾ ਉਹ ਕਿਵੇਂ ਹੋ ਰਿਹਾ, ਜਿਹੜਾ ਮੀਡੀਆ ਦਿਖਾ ਰਿਹਾ ਜਾਂ ਜਿਸ ਢੰਗ ਦੇ ਨਾਲ ਮੈਨੇਜਮੈਂਟ ਹੋ ਰਹੀ ਹੈ ਘਟਨਾਵਾਂ ਦੀ, ਉਹ ਕੀ ਹੈ, ਉਹ ਆਪਾਂ ਮੈਨੇਜਮੈਂਟ ਦੇਖ ਸਕਦੇ ਹਾਂ। ਉਹ ਮੈਨੇਜਮੈਂਟ ਦੇ ਵਿੱਚ ਬੜਾ ਸਪਸ਼ਟ ਤੌਰ 'ਤੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਪਹਿਲੀ ਗੱਲ ਤਾਂ ਹਸਪਤਾਲਾਂ ਦੇ ਅੰਦਰ ਰਸ਼ ਕਿਉਂ ਹੈ ਜੀ। ਦੂਜੀ ਗੱਲ ਸ਼ਮਸ਼ਾਨ ਘਾਟਾਂ 'ਚ ਰਸ਼ ਕਿਉਂ ਹੈ। ਤੀਜੀ ਗੱਲ ਆਕਸੀਜਨ ਦੀ। ਇਹ ਤਿੰਨ ਇਸ਼ੂ ਇਸ ਵੇਲੇ ਬਹੁਤ ਜ਼ਿਆਦਾ ਫੋਕਸ ਹੋ ਰਹੇ ਹੈ ਕਿ ਹਸਪਤਾਲਾਂ 'ਚ ਰਸ਼ ਕਿਉਂ ਇੰਨਾ ਜ਼ਿਆਦਾ। ਉੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਸੀਰੀਅਸਲੀ ਬਿਮਾਰ ਨੇ ਔਰ ਮਰ ਰਹੇ ਆ। ਦੂਜੀ ਗੱਲ ਸ਼ਮਸ਼ਾਨ ਘਾਟਾਂ 'ਚ ਬਹੁਤ ਜ਼ਿਆਦਾ ਡੈਡ ਬਾਡੀਜ਼ ਬਰਨ ਹੋ ਰਹੀਆਂ ਨੇ। ਤੀਜੀ ਗੱਲ ਆਕਸੀਜਨ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋ ਗਈ। ਇਹਦਾ ਮਤਲਬ ਕਿ ਬਹੁਤ ਜ਼ਿਆਦਾ ਕੇਸਿਸ ਹੋ ਰਹੇ ਆ ਇੱਥੇ। ਇਹਨੂੰ ਐਂ ਪ੍ਰੋਜੈਕਟ ਕੀਤਾ ਜਾ ਰਿਹਾ। ਹਾਲਾਂਕਿ ਜੇ ਤੁਸੀਂ ਇਹਨੂੰ ਬਹੁਤ ਗਹਿਰਾਈ 'ਚ ਘੋਖੋ ਤਾਂ ਪਿਕਚਰ ਇੱਦਾਂ ਦੀ ਨਹੀਂ ਹੈਗੀ, ਤਸਵੀਰ ਇੱਦਾਂ ਦੀ ਨਹੀਂ ਹੈ। ਹਸਪਤਾਲਾਂ 'ਚ ਰਸ਼ ਕਿਉਂ ਹੈ? ਕਿਉਂਕਿ ਤੁਸੀਂ ਘਟਨਾਕ੍ਰਮ ਨੂੰ ਦੇਖੋ। ਪਿਛਲੇ ਦਿਨਾਂ ਦਾ ਘਟਨਾਕ੍ਰਮ, ਪਹਿਲਾਂ ਪੈਨਿਕ ਫੈਲਾਇਆ ਗਿਆ, ਬਾਅਦ 'ਚ ਇਹ ਸਾਰੇ ਹਸਪਤਾਲਾਂ 'ਚ ਰਸ਼ ਵਧਿਆ। ਇਹ ਨਹੀਂ ਕਿ ਰਸ਼ ਪਹਿਲਾਂ ਵਧਿਆ ਅਤੇ ਬਾਅਦ 'ਚ TV ਨੇ ਖਬਰਾਂ ਦਿੱਤੀਆਂ। ਬਿਲਕੁਲ ਕਲੀਅਰ ਕੱਟ। ਔਰ ਸੈਕੰਡ ਵੇਵ ਦੀ ਗੱਲ ਕਦ ਦੀ ਕਰ ਰਹੇ ਹਾਂ, 6 ਮਹੀਨੇ ਹੋ ਗਏ ਇਹਨੂੰ ਕਰਦੇ ਨੂੰ। ਵੀ ਸੈਕੰਡ ਵੇਵ ਆਏਗੀ, ਉਹ ਜ਼ਿਆਦਾ ਖਤਰਨਾਕ ਹੋਏਗੀ। ਸੈਕੰਡ ਵੇਵ ਆਏਗੀ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹਨਾਂ ਸੈਕੰਡ ਵੇਵ ਨੂੰ ਮੈਨੇਜ ਕੀਤਾ। ਸੈਕੰਡ ਵੇਵ ਕੋਈ ਨੈਚੁਰਲ ਨਹੀਂ ਹੈ, ਇਹਨਾਂ ਨੇ ਮੈਨੇਜ ਕੀਤਾ। ਕਿਉਂਕਿ ਸੈਕੰਡ ਵੇਵ ਦਾ ਮਤਲਬ ਹੁੰਦਾ ਹੈ, ਕਿਉਂਕਿ ਸੈਕੰਡ ਵੇਵ ਆਉਂਦੀ ਹੈ। ਜਦੋਂ ਸਰਦੀ ਆਉਂਦੀ ਹੈ ਤਾਂ ਵੀ ਫਲੂ ਫੈਲਦਾ, ਜਦੋਂ ਸਰਦੀ ਜਾਂਦੀ ਹੈ ਤਾਂ ਵੀ ਫਲੂ ਫੈਲਦਾ। ਸਰਦੀ ਆਉਂਦੀ ਨੂੰ ਫਸਟ ਵੇਵ ਕਹਿ ਦਿੱਤਾ, ਸਰਦੀ ਜਾਂਦੀ ਨੂੰ ਸੈਕੰਡ ਵੇਵ ਕਹਿ ਦਿੱਤਾ। ਦੋਨੋਂ ਟਾਈਮ ਦੇ ਉੱਪਰ ਫਲੂ ਵਾਇਰਸਿਸ ਫੈਲਦੀਆਂ ਨੇ, ਹਰ ਸਾਲ ਫੈਲਦੀਆਂ ਨੇ। ਇਸ ਦੇ ਵਿੱਚ 2 ਨਿੱਕੇ ਸਵਾਲ ਹੈ। ਜਦੋਂ ਤੁਸੀਂ ਕਹਿੰਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ, ਉਸ ਦੇ ਵਿੱਚ ਦੂਸਰੇ ਪੱਖ ਵਾਲੇ ਆਪਣੀ ਇੱਕ ਦਲੀਲ ਇਹ ਦਿੰਦੇ ਆ ਕਿ ਜਦੋਂ ਇੰਨੇ ਲੋਕ ਮਰ ਰਹੇ ਨੇ, ਇੰਨਾ ਕਰੋਨਾ ਹੋ ਰਿਹਾ ਆ, ਤੇ ਫਿਰ ਉਹ ਸੱਚ ਹੈ? ਨਹੀਂ ਮਰ ਰਹੇ ਨੇ, ਪਰਟੀਕੂਲਰ ਹਸਪਤਾਲਾਂ 'ਚ ਹੀ ਮਰ ਰਹੇ ਨੇ ਨਾ ਉਹ। ਉਹ ਕੋਈ ਸਬੂਤ। ਤੁਸੀਂ ਪੈਂਡੈਮਿਕ ਦੀ ਗੱਲ ਕਰ ਰਹੇ ਹੋ, ਇੱਕ ਪਾਸੇ ਪੈਂਡੈਮਿਕ ਦੀ ਗੱਲ ਕਰ ਰਹੇ ਹੋ, ਇੱਕ ਪਾਸੇ ਤੁਸੀਂ ਇਕੱਲੇ ਪਰਟੀਕੂਲਰ ਹਸਪਤਾਲ ਦੀ ਗੱਲ ਕਰ ਰਹੇ ਹੋ। ਇਹ ਦੋ ਗੱਲਾਂ 'ਚ ਕਿੰਨਾ ਵਿਰੋਧ ਹੈ। ਜੇ ਪੈਂਡੈਮਿਕ ਹੈ ਤਾਂ ਸਾਰੇ ਸਮਾਜ 'ਚ ਮਰਨੇ ਚਾਹੀਦੇ ਆ। ਬਿਲਕੁਲ। ਤੁਸੀਂ ਪੈਂਡੈਮਿਕ ਕਹਿੰਦੇ ਹੋ ਤਾਂ ਪੂਰੀ ਦੁਨੀਆ 'ਚ ਮਰਨੇ ਚਾਹੀਦੇ ਆ। ਪਹਿਲੀ ਗੱਲ ਤਾਂ ਜੋ ਇੱਥੇ ਹਿੰਦੁਸਤਾਨ 'ਚ ਹੋ ਰਿਹਾ, ਕਿਸੇ ਮੁਲਕ 'ਚ ਨਹੀਂ ਹੋ ਰਿਹਾ। ਮੈਨੂੰ ਕੋਈ ਇੱਕ ਮੁਲਕ ਦਾ ਨਾਮ ਦੱਸ ਦਿਓ ਜੋ ਇੱਥੇ ਜਿੰਨੇ ਡਰਟੀ ਢੰਗ ਦੇ ਨਾਲ, ਜਿੰਨੇ ਅਗਲੀ ਢੰਗ ਦੇ ਨਾਲ, ਜਿੰਨੇ ਜ਼ਾਲਮਾਨਾ ਢੰਗ ਦੇ ਨਾਲ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ, ਉਹਨਾਂ ਕਿਸੇ ਮੁਲਕ 'ਚ ਹੋ ਰਿਹਾ ਹੋਵੇ। ਮੇਰੀ ਹੁਣੇ ਸਵੇਰੇ ਬੇਟੇ ਨਾਲ ਗੱਲ ਹੋਈ ਅਮਰੀਕਾ ਦੇ ਵਿੱਚ। ਬੜੇ ਆਰਾਮ ਨਾਲ ਆਊਟਿੰਗ ਕਰ ਰਹੇ, ਬੜੇ ਆਰਾਮ ਨਾਲ ਰੈਸਟੋਰੈਂਟਾਂ ਜਾ ਰਹੇ, ਕੁਛ ਵੀ ਨਹੀਂ ਹੈ ਉੱਥੇ। ਬੜੇ ਆਰਾਮ ਨਾਲ ਸ਼ਾਂਤ ਹੋ ਕੇ ਬੈਠੇ ਹੋ। ਲੇਕਿਨ ਸਾਡੇ ਮੁਲਕ ਦੇ ਅੰਦਰ ਜੋ ਪੈਨਿਕ ਫੈਲਾਇਆ ਜਾ ਰਿਹਾ ਅਤੇ ਜਿਸ ਢੰਗ ਦੇ ਨਾਲ ਸਖਤੀਆਂ ਕੀਤੀਆਂ ਜਾ ਰਹੀਆਂ, ਜਿਸ ਢੰਗ ਦੇ ਨਾਲ ਲੋਕਾਂ ਨੂੰ ਉਜਾੜਿਆ ਜਾ ਰਿਹਾ, ਜਿਸ ਢੰਗ ਨਾਲ ਤਬਾਹ ਕੀਤੀ ਜਾ ਰਹੀ ਹੈ ਆਰਥਿਕਤਾ ਔਰ ਛੋਟਾ ਬਿਜ਼ਨਸ ਜਿਹੜਾ ਜੀ, ਅਤੇ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਇੰਡੀਆ ਇਜ਼ ਦਾ ਓਨਲੀ ਕੰਟਰੀ ਜਿੱਥੇ ਕੁਛ ਹੋ ਰਿਹਾ। ਕਿਸੇ ਵੀ ਕੰਟਰੀ 'ਚ ਨਹੀਂ ਹੈ ਇੱਦਾਂ। ਮੈਨੂੰ ਇੱਕ ਕੰਟਰੀ ਦਾ ਨਾਂ ਲੈ ਦਿਓ ਇਸ ਫਲਾਣੇ ਕੰਟਰੀ 'ਚ ਇੱਦਾਂ। ਇੱਕ ਕੈਨੇਡਾ ਹੈ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਰਾਮ ਰੌਲਾ ਪਾ ਰਿਹਾ, ਲੇਕਿਨ ਉੱਥੇ ਵੀ ਇੱਦਾਂ ਦੀ ਕੋਈ ਬੰਦਿਸ਼ਾਂ ਨਹੀਂ ਹੈਗੀਆਂ। ਅਮਰੀਕਾ ਦੇ ਅੰਦਰ ਤਾਂ ਬਹੁਤ ਹੀ ਜਿਹੜੀ ਰਿਪਬਲਿਕਨ ਸਟੇਟਸ ਨੇ ਤਾਂ ਬਹੁਤ ਹੀ ਰਿਲੈਕਸਡ ਨੇ। ਉੱਥੇ ਵੀ ਦੋ ਅਲੱਗ-ਅਲੱਗ ਸੀਨ ਨੇ। ਅਮਰੀਕਾ 'ਚ ਵੀ ਰਿਪਬਲਿਕਨ ਸਟੇਟ ਦਾ ਸੀਨ ਅਲੱਗ ਹੈ, ਡੈਮੋਕ੍ਰੇਟਿਕ ਸਟੇਟ ਦਾ ਸੀਨ ਅਲੱਗ ਹੈ।
ਰਿਪਬਲਿਕਨ ਜਿਹੜੇ ਨੇ ਕਿਉਂ ਉਹ ਕਹਿੰਦੇ ਵੀ ਐਵੇਂ ਹੀ ਆ। ਤਾਂ ਉਹ ਸ਼ੁਰੂ ਤੋਂ ਕਹਿ ਰਹੇ, ਟਰੰਪ ਵੀ ਕਹਿੰਦਾ ਸੀਗਾ ਤੇ ਹੁਣ ਰਿਪਬਲਿਕਨ ਵੀ ਕਹਿੰਦੇ ਵੀ ਐਵੇਂ ਤੁਸੀਂ ਰੌਲੀ ਪਾ ਰਹੇ ਹੋ, ਗੱਲ ਕੁਝ ਨਹੀਂ ਹੈ। ਜੇ ਕਿਹਾ ਜਾਂਦਾ ਕਿ ਸੈਕੰਡ ਵੇਵ ਆਏਗੀ ਜੋ ਆ ਰਹੀ ਹੈ ਹੁਣ, ਤਾਂ ਮਤਲਬ ਅਕੋਰਡਿੰਗ ਟੂ ਨਿਊਜ਼ ਇਹ ਮੰਨਿਆ ਜਾ ਰਿਹਾ ਕਿ ਭਾਰਤ ਦੇ ਹਾਲਾਤ ਪੂਰੀ ਦੁਨੀਆ ਦੇ ਅੰਦਰ ਸਭ ਤੋਂ ਖਤਰਨਾਕ ਹੋ ਰਹੇ ਨੇ। ਤੇ ਫਿਰ ਜੇ ਇਹ ਕੀ ਤੁਹਾਨੂੰ ਕੀ ਲੱਗਦਾ ਕਿ ਕੋਈ ਕਨਸਪੀਰੇਸੀ ਹੈ? ਨਹੀਂ, ਕੁਝ ਹਸਪਤਾਲਾਂ ਦੇ ਵਿੱਚ ਹੀ ਖਤਰਨਾਕ ਕਿਉਂ ਹੋ ਰਹੇ ਹੈ ਕਿ ਸਮਾਜ 'ਚ ਕਿਉਂ ਨਹੀਂ ਖਤਰਨਾਕ ਹੋ ਰਹੇ? ਜੀ, ਸਮਾਜ ਤੱਕ ਕੋਈ ਖਤਰਨਾਕ ਨਹੀਂ। ਤੂੰ ਪਿੰਡ ਜਾ ਕੇ ਦੇਖੋ, ਮੈਨੂੰ ਪੂਰੇ ਇੰਡੀਆ ਦੀ ਖਬਰ ਹੈ। ਮੇਰੇ ਲਗਭਗ ਕਿੰਨੀਆਂ ਸਟੇਟਾਂ ਦੇ ਦੋਸਤ ਹੈ ਮੇਰੇ ਨਾਲ ਗੱਲ ਕਰ ਚੁੱਕਾ ਮੈਂ ਉਹਨਾਂ ਨਾਲ। ਜੀ, ਰੂਰਲ ਏਰੀਆ ਸਾਰੇ ਇੰਡੀਆ ਦਾ ਇੱਦਾਂ ਹੀ ਪਿਆ, ਨਾ ਕੋਈ ਮਾਸਕ ਹੈ, ਨਾ ਕੋਈ ਸੀਰੀਅਸਲੀ ਬਿਮਾਰ ਹੋ, ਨਾ ਕੋਈ ਉੱਥੇ ਮਰ ਰਹੇ ਹੈ। ਫਿਰ ਸਾਡੀ ਸਮਝ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜੇ ਮੰਨ ਲਓ ਕਿ ਪਹਿਲੀ ਸੱਚਾਈ ਤਾਂ ਇਹ ਵੀ ਕਰੋਨਾ ਹੈ ਆ, ਕੋਵਿਡ ਹੈ, ਇੱਕ ਵਾਇਰਸ ਆ ਗਿਆ ਆ। ਦੂਸਰੀ ਸੱਚਾਈ ਹੈ ਕਿ ਚਾਹੇ ਉਹ ਪੈਂਡੈਮਿਕ ਹੈ, ਚਾਹੇ ਉਹਨੂੰ ਲੈ ਕੇ ਪੈਨਿਕ ਕ੍ਰੀਏਟ ਕੀਤਾ ਗਿਆ, ਪਰ ਉਹਦੇ ਨਾਲ ਇਹ ਸੱਚਾਈ ਹੈ ਕਿ ਲਗਾਤਾਰ ਲੋਕ ਮੈਂਟਲੀ ਡਿਸਟਰਬ ਹੋ ਰਹੇ ਨੇ, ਆਰਥਿਕਤਾ ਲਗਾਤਾਰ ਡਿੱਗ ਰਹੀ ਹੈ, ਨਵੇਂ ਰੂਲ ਰੈਗੂਲੇਸ਼ਨ ਹੈ। ਉਹ ਰੂਲ ਰੈਗੂਲੇਸ਼ਨ ਦੇ ਅੰਦਰ ਵੀ ਮੈਂ ਜਿਵੇਂ ਦੱਸ ਦਿੱਤਾ ਕਿ ਮਾਸਕ ਇੱਕ ਬੰਦਾ ਗੱਡੀ ਦੇ ਵਿੱਚ ਪੱਕਾ ਰੱਖਿਆ ਹੋਇਆ, ਫਿਰ ਉਸ ਮਾਸਕ ਦੇ ਕੀ ਬਚਾਅ ਹੋਏਗਾ ਕੀ ਨਹੀਂ। ਸਵੀਡਨ ਉਸ ਨੂੰ ਲੈ ਕੇ ਕੁਛ ਹੋ ਰਿਹਾ, ਪਰ ਕੁੱਲ ਮਿਲਾ ਕੇ ਸੌ ਹੱਥ ਰੱਸਾ ਸਿਰੇ 'ਤੇ ਗੰਢ ਇਹ ਹੈ ਕਿ ਕਰੋਨਾ ਜੇ ਇੱਕ ਵਾਇਰਸ ਹੈ ਆ, ਫਿਰ ਅਸੀਂ ਇਸ ਦੇ ਨਾਲ ਹੁਣ ਚੱਲੀਏ ਕਿਵੇਂ? ਕਿਉਂਕਿ ਜ਼ਿੰਦਗੀ ਤਾਂ ਚਲਾਉਣੀ ਹੈ, ਵਾਇਰਸ ਵੀ ਐਗਜ਼ਿਸਟ ਕਰ ਰਿਹਾ ਆ। ਫਿਰ ਕਿਸ ਤਰ੍ਹਾਂ ਦਾ ਸਾਡਾ ਹੋਣਾ ਚਾਹੀਦਾ? ਇਸ ਗੱਲ ਨੂੰ ਕਾਲੋ ਸਾਹਿਬ ਸਮਝੀਏ ਆਪਾਂ ਕਿ ਇਹ ਵਾਇਰਸ ਜਿਹੜੀ ਹੈ ਫਲੂ ਵਾਇਰਸ ਹੈ। ਜਿੱਦਾਂ ਦੀ ਫਲੂ ਵਾਇਰਸ ਹਰ ਸਾਲ ਫੈਲਦੀਆਂ ਸੀਗੀਆਂ, ਉੱਦਾਂ ਦੀ ਫਲੂ ਵਾਇਰਸ ਇਹ ਹੈ ਜੀ। ਇਸ ਵਾਰ ਉਹ ਇੱਕ ਫਲੂ ਵਾਇਰਸ ਆ ਜਿਹੜਾ ਹੁਣ ਜਾਂਦੀ ਸਰਦੀ ਵਾਲੀ ਵਾਇਰਸ ਹੈ, ਇਹ ਥੋੜ੍ਹੀ ਜਿਹੀ ਲੰਬਾ ਫੀਵਰ ਹੋ ਰਿਹਾ। ਇਹਦੇ 'ਚ ਸਿਰਫ ਫਰਕ ਇੰਨਾ ਹੈ ਕਿ ਜਿਹੜੀ ਆਉਂਦੀ ਸਰਦੀ ਵਾਲੀ ਫਲੂ ਸੀਗੀ ਉਹਦੇ ਅੰਦਰ ਫੀਵਰ ਛੋਟਾ ਸੀਗਾ, 3 ਦਿਨ 4 ਦਿਨ 5 ਦਿਨ ਬਾਅਦ ਠੀਕ ਹੋ ਜਾਂਦਾ ਸੀਗਾ। ਬਿਲਕੁਲ। ਔਰ ਉਸ ਤੋਂ ਬਾਅਦ ਉਹਦੀ ਹੈਂਗਓਵਰ ਵੀ ਘੱਟ ਸੀ ਜੀ। ਆਹ ਜਿਹੜਾ ਹੈ ਇਹਦੇ ਅੰਦਰ ਬਹੁਤ ਸਾਰੇ ਲੋਕਾਂ, ਸਾਰਿਆਂ 'ਚ ਨਹੀਂ, ਬਹੁਤਿਆਂ 'ਚ ਤਾਂ 3 ਤੋਂ 5 ਦਿਨ 6 ਦਿਨ 7 ਦਿਨ 'ਚ ਠੀਕ ਹੋ ਜਾਂਦਾ। ਲੇਕਿਨ ਕੁਝ ਕੁ ਪਰਸੈਂਟੇਜ 'ਚ ਇਹ 15 ਦਿਨ 20 ਦਿਨ ਚੱਲੀ ਜਾ ਰਿਹਾ। ਤਾਂ ਕਰਕੇ ਲੋਕ ਥੋੜ੍ਹੇ ਜਿਹੇ ਘਬਰਾ ਰਹੇ ਆ। ਉਹਨਾਂ ਨੂੰ ਲੱਗਦਾ ਵੀ ਤਾਂ ਉਹਦਾ ਬਿਹੇਵੀਅਰ ਥੋੜ੍ਹਾ ਡਿਫਰੈਂਟ ਹੈ। ਲੇਕਿਨ ਤੁਸੀਂ ਜਿਹੜੇ ਅਸੀਂ ਲੋਕ ਦੇਖ ਰਹੇ ਹਾਂ, ਜਿਹੜੇ ਡਾਕਟਰ ਹਾਂ, ਸਾਨੂੰ ਪਤਾ ਕਿ ਵਾਇਰਸ ਹੀ ਹੈ, ਬਿਹੇਵੀਅਰ ਡਿਫਰੈਂਟ ਹੈ, ਥੋੜ੍ਹਾ ਜਿਹਾ ਬਿਹੇਵੀਅਰ ਡਿਫਰੈਂਟ ਹੈ। ਇਹਦੀ ਹੈਂਗਓਵਰ ਬਹੁਤ ਹੈ, ਬੋਡੀ ਸਰੀਰ ਟੁੱਟਦਾ ਹੈ, ਸਿਰ ਦੁਖਦਾ ਹੈ, ਭੁੱਖ ਨਹੀਂ ਲੱਗਦੀ ਕਾਫੀ ਦਿਨ ਜੀ। ਇਹ ਵਾਇਰਸ ਦੇ ਅੰਦਰ ਇੱਦਾਂ ਦੀ ਵੇਰੀਏਸ਼ਨ ਹੁੰਦੀ ਹੈ ਜੀ। ਕੋਈ ਵਾਇਰਸ ਇੱਕ ਤਾਂ ਹੁੰਦੀ ਨਹੀਂ ਹੈ, ਕਦੀ ਵੀ ਵਾਇਰਸ ਇੱਕ ਨਹੀਂ ਹੁੰਦੀ। ਵਾਇਰਸ ਕਹਿਣ ਨੂੰ ਵਾਇਰਸ ਇੱਕ ਚੀਜ਼ ਹੈ, ਲੇਕਿਨ ਵਾਇਰਸ ਇਜ਼ ਐਵਰ ਚੇਂਜਿੰਗ ਫਿਨੋਮੀਨਾ। ਫਿਰ ਇਹਨੂੰ ਲੋਕ ਇਸ ਵਾਇਰਸ ਨੂੰ ਲੈ ਕੇ ਰਿਸਪੌਂਡ ਕਿਵੇਂ ਕਰਨ, ਯਾਨੀ ਕਿ ਇਹਨੂੰ ਕਿਵੇਂ ਲੈਣ, ਇਹਦੀ ਸਮਝ ਕਿਵੇਂ ਬਣ? ਜਿਵੇਂ ਅਸੀਂ ਵਾਇਰਸ ਦੇ ਫਲੂ ਨੂੰ ਸਮਾਜ ਸੈਂਕੜੇ ਸਾਲਾਂ ਤੋਂ ਡੀਲ ਕਰਦਾ ਰਿਹਾ, ਸਮਾਜ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਫਲੂ ਨੂੰ ਡੀਲ ਕਰਨਾ। ਫਲੂ ਮਨੁੱਖਤਾ ਦਾ ਹਿੱਸਾ ਰਿਹਾ। ਸਾਡੇ ਪੁਰਖੇ ਜਿਹੜੇ ਨੇ ਮੈਨੂੰ ਤਾਂ 2-3 ਮੁਹਾਵਰੇ ਯਾਦ ਨੇ ਪਿੰਡਾਂ ਦੇ ਜੀ। ਇੱਕ ਮੁਹਾਵਰਾ ਪਿੰਡ 'ਚ ਹੁੰਦਾ ਸੀ, ਬਜ਼ੁਰਗ ਬਾਰੇ ਕੋਈ ਹਾਲ ਪੁੱਛੋ ਕਿਸੇ ਨੂੰ ਤੁਰੇ ਜਾਂਦੇ ਵੀ ਕਿਵੇਂ ਬਾਪੂ ਦਾ ਕੀ ਹਾਲ ਹੈ, ਉਹ ਠੰਡ ਤਾਂ ਕੱਟ ਗਿਆ, ਹੁਣ ਅਗਲੇ ਸਾਲ ਦੇਖਾਂਗੇ ਜੀ। ਇਹਦਾ ਮਤਲਬ ਬਜ਼ੁਰਗ ਠੰਡ 'ਚ ਜ਼ਿਆਦਾ ਮਰਦੇ ਸੀਗੇ ਉਦੋਂ ਵੀ। ਮੇਰੇ ਬਚਪਨ ਦੀ ਮੈਨੂੰ ਵੀ ਅੱਜ ਵੀ ਯਾਦ ਹੈ ਕਿ ਜਦੋਂ ਕਿਸੇ ਨੂੰ ਦੋਸਤ ਨੂੰ ਪੁੱਛੋ ਨਾ ਕਿਵੇਂ ਬਜ਼ੁਰਗਾਂ ਦਾ ਕੀ ਹਾਲ ਹੈ, ਵੀ ਆਹ ਠੰਡ ਤਾਂ ਕੱਟ ਗਿਆ, ਹੁਣ ਅਗਲੇ ਸਾਲ ਦੇਖਾਂਗੇ, ਹੁਣ ਸਾਲ ਨਹੀਂ ਲਈਦਾ। ਅਤੇ ਇਹਦਾ ਮਤਲਬ ਬਜ਼ੁਰਗ ਉਦੋਂ ਵੀ ਠੰਡ ਤਾਂ ਕਾਹਦੇ ਨਾਲ ਮਰਦੇ ਸੀ? ਫਲੂ ਨਾਲ ਮਰਦੇ ਸੀਗੇ। ਔਰ ਅੰਕੜੇ ਵੀ ਕਹਿੰਦੇ ਆ ਕਿ 5 ਤੋਂ ਲੈ ਕੇ 7.5 ਲੱਖ ਬੰਦਾ ਦੁਨੀਆ 'ਚ ਫਲੂ ਨਾਲ ਹਰ ਸਾਲ ਮਰਦਾ ਸੀਗਾ, ਕੋਈ ਨਵੀਂ ਗੱਲ ਨਹੀਂ ਹੈ ਜੀ। ਔਰ ਕੌਣ ਮਰਦੇ ਸੀਗੇ? ਜਿਹੜੇ ਰਿਲੇਟਿਵਲੀ ਵੀਕ ਹੁੰਦੇ ਸੀਗੇ, ਬਿਮਾਰ ਹੁੰਦੇ ਸੀਗੇ, ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਸੀ, ਉਹ ਲੋਕ ਮਰਦੇ ਸੀ ਜ਼ਿਆਦਾ, ਰਿਲੇਟਿਵਲੀ ਵੀਕ ਹੁੰਦੇ ਸੀਗੇ। ਕੁਛ ਵਾਇਰਸ ਜਿਹੜੀਆਂ ਬੱਚਿਆਂ ਨੂੰ ਜ਼ਿਆਦਾ ਇਨਵੋਲਵ ਕਰਦੀਆਂ ਸੀਗੀਆਂ, ਕੁਛ ਵਾਇਰਸ ਬਜ਼ੁਰਗਾਂ ਨੂੰ ਕਰਦੀਆਂ ਸੀ। ਇਹ ਵਾਲੀ ਵਾਇਰਸ ਬਾਰੇ ਇਹ ਲੱਗ ਰਿਹਾ ਕਿ ਇਹ ਬਜ਼ੁਰਗਾਂ ਨੂੰ ਜ਼ਿਆਦਾ ਇਨਵੋਲਵ ਕਰਦੀ ਹੈ ਅਤੇ ਬੱਚਿਆਂ ਨੂੰ ਘੱਟ ਇਨਵੋਲਵ ਕਰਦੀ ਹੈ। ਤਾਂ ਇਹ ਵਾਇਰਸ ਦਾ ਕਰੈਕਟਰਿਸਟਿਕ ਡਿਫਰ ਕਰਦੇ ਰਹਿੰਦੇ ਆ। ਉਹਦਾ ਤੁਸੀਂ ਨਾਮਕਰਨ ਕਰਤਾ ਬਸ। ਦੇਖੋ, ਨਾ ਤਾਂ ਤੁਸੀਂ ਇੰਡੀਆ ਦੇ ਅੰਦਰ 1.5 ਲੱਖ ਬੰਦਾ ਨਮੂਨੀਆ ਨਾਲ ਮਰਦਾ, ਇਸ ਵਾਲੇ ਨੂੰ ਪੁੱਛੋ ਕਿੰਨੇ ਮਰੇ, ਕਹਿੰਦਾ ਕੋਈ ਨਹੀਂ ਮਰਿਆ। ਉਹ 1.5 ਲੱਖ ਕਿੱਧਰ ਗਿਆ? ਉਹ ਸਾਰਾ ਇਹੀ ਹੈ। ਯਾਨੀ ਕਿ ਕੋਵਿਡ ਦੇ ਖਾਤੇ 'ਚ ਪੈ ਗਿਆ। ਉਹਦਾ ਰਿਕਾਰਡ ਨਹੀਂ ਹੈਗਾ ਜਾਂ ਉਹ ਕੋਵਿਡ ਦੇ ਖਾਤੇ 'ਚ ਪੈ ਗਿਆ? ਨਹੀਂ, ਰਿਕਾਰਡ ਕਿਉਂ ਨਹੀਂ ਹੈ? ਉਹ ਕੋਵਿਡ ਦੇ ਖਾਤੇ 'ਚ ਪੈ ਗਿਆ। ਓਕੇ। ਉਹਨਾਂ ਨੂੰ ਪੁੱਛੋ ਜਿਹੜਾ 5 ਤੋਂ ਲੈ ਕੇ 7.5 ਲੱਖ ਬੰਦਾ ਦੁਨੀਆ 'ਚ ਮਰਦਾ ਸੀਗਾ ਫਲੂ ਨਾਲ, ਹੁਣ ਕਿੱਥੇ ਆ? ਉਹ ਹੈ ਨਹੀਂ ਜੀ, ਹੁਣ ਤਾਂ ਹੈ ਨਹੀਂਗਾ। ਹੁਣ ਕਿਹਦੇ ਖਾਤੇ 'ਚ ਪੈ ਗਿਆ? ਕਰੋਨਾ ਦੇ ਖਾਤੇ 'ਚ ਪੈ ਗਿਆ। ਯਾਨੀ ਕਿ ਜੇ ਕੋਈ ਹਾਰਟ ਅਟੈਕ ਨਾਲ ਮਰੂਗਾ ਉਹ ਵੀ ਕੋਵਿਡ ਦੇ ਖਾਤੇ? ਉਹ ਤਾਂ ਉਹਨਾਂ ਦੇ ਡੈਥ ਸਰਟੀਫਿਕੇਟ ਚੇਂਜ ਕਰਤਾ ਨਾ। ਪਹਿਲਾਂ CDC ਨੇ ਕੀਤਾ, ਅਮਰੀਕਾ ਦੀ ਨੇ, ਮੁੜ ਕੇ ਯੂਰਪ ਨੇ ਕਰਤਾ, ਮੁੜ ਕੇ ਇੰਡੀਆ ਦੀ ICMR ਨੇ ਕਰਤਾ ਕਿ ਕਾਲਮ ਪਾਤਾ ਇੱਕ ਕਾਲਮ ਪਾਤਾ ਕਿ ਕਰੋਨਾ ਸਟੇਟਸ ਮਰਨ ਵਾਲੇ ਦਾ ਕੀ ਹੈ। ਜੇ ਕਰੋਨਾ ਸਟੇਟਸ ਪੋਜ਼ੀਟਿਵ ਹੈ ਤਾਂ ਜਿਹੜੀ ਮਰਜ਼ੀ ਬਿਮਾਰੀ ਨਾਲ ਮਰਿਆ ਹੋਵੇ ਉਹ ਫਾਈਨਲ ਕਾਜ਼ ਆਫ ਡੈਥ ਕਰੋਨਾ ਹੀ ਹੋਏਗਾ। ਉਹ ਸੱਪ ਲੜੇ ਨਾਲ ਵੀ ਮਰਿਆ ਹੋਵੇ ਤਾਂ ਵੀ ਉਹਦਾ ਫਾਈਨਲ ਕਾਜ਼ ਆਫ ਡੈਥ ਕਰੋਨਾ ਹੋਏਗਾ। ਉਹ ਸਿਰਫ ਕਰੋਨਾ ਹੀ ਨਹੀਂ, ਪੋਜ਼ੀਟਿਵ ਕਿਸੇ ਦਾ ਨਹੀਂ, ਜੇ ਨੈਗੇਟਿਵ ਵੀ ਹੈ ਅਤੇ ਜੇ ਉਹਨੂੰ ਰੈਸਪੀਰੇਟਰੀ ਸਿੰਪਟਮ ਹੈ, ਜੇ ਸਾਹ ਪ੍ਰਣਾਲੀ ਦੀ ਕੋਈ ਅਲਾਮਤ ਹੈ ਤਾਂ ਵੀ ਕਰੋਨਾ, ਦਿਲ ਦੀ ਕੋਈ ਅਲਾਮਤ ਹੈ ਤਾਂ ਵੀ ਕਰੋਨਾ, ਅਤੇ ਜੇ ਰਿਪੋਰਟ ਅਜੇ ਆਈ ਨਹੀਂ, ਰਿਪੋਰਟ ਦੀ ਉਡੀਕ ਹੋ ਰਹੀ ਹੈ ਤਾਂ ਤੁਸੀਂ ਸਰਟੀਫਿਕੇਟ ਦੇਣਾ ਤਾਂ ਵੀ ਕਰੋਨਾ। ਹੁਣ ਮੈਨੂੰ ਤਾਂ ਮਰਨ ਲੱਗਿਆ ਬੰਦਾ, ਕਿਹੜੇ ਬੰਦੇ ਦੀ ਸਾਹ ਦੀ ਤਕਲੀਫ ਨਹੀਂ ਹੁੰਦੀ, ਕਿਹਨੂੰ ਹਾਰਟ ਦੀ ਕੋਈ ਤੂੰ ਤਾਂ ਹੋਊਗਾ, ਮਰੇਗਾ ਬੰਦਾ ਜਦੋਂ, ਚਾਹੇ ਸੱਪ ਲੜ ਕੇ ਮਰ ਜੇ, ਉਹਨੂੰ ਸਾਹ ਦੀ ਤਕਲੀਫ ਅਤੇ ਹਾਰਟ ਦੀ ਤਕਲੀਫ ਤਾਂ ਹੋਏਗੀ ਨਾ ਮਰਨ ਲੱਗਿਆ। ਕੋਈ ਬੰਦਾ ਇਹੋ ਜਿਹਾ ਹੋਵੇਗਾ ਜਿਹਨੂੰ ਇਹ ਤਕਲੀਫ ਨਹੀਂ ਹੋਊਗੀ।
ਕਿਉਂਕਿ ਅਲਟੀਮੇਟਲੀ ਸਾਹ ਫੇਲ ਹੋਏਗਾ ਜਾਂ ਦਿਲ ਫੇਲ ਹੋਏਗਾ ਤਾਂ ਬੰਦਾ ਮਰਦਾ, ਉਹਦੇ ਬਿਨਾਂ ਤਾਂ ਬੰਦਾ ਮਰਦਾ ਹੀ ਨਹੀਂ ਹੈ। ਇਹ ਵੀ ਹਾਸੋਹੀਣ ਆ ਕਿ ਇੱਕ ਕੈਟਾਗਰੀ ਐਦਾਂ ਵੀ ਬਣਾਈ ਹੈ ਕਿ ਜੇ ਤੁਸੀਂ ਬੱਸ 'ਤੇ ਸਫ਼ਰ ਕਰ ਰਹੇ ਹੋ, ਆਵਾਜਾਈ ਪਬਲਿਕ ਬੱਸ ਦੇ ਵਿੱਚ, ਤੇ ਸਰਕਾਰੀ ਬੱਸ 'ਚ ਤੇ ਉਹਨਾਂ ਨੇ ਕੈਟਾਗਰੀ ਤੈਅ ਕਰਤੀ ਵੀ 26 ਤੋਂ ਵੱਧ ਸਵਾਰੀਆਂ ਨਹੀਂ ਬੈਠਣਗੀਆਂ, ਪਰ ਪ੍ਰਾਈਵੇਟ ਦੇ ਵਿੱਚ ਜਿੰਨੀਆਂ ਮਰਜ਼ੀ ਬੈਠੀ ਜਾ ਰਹੀਆਂ। ਕਾਲੂ ਸਾਹਿਬ ਜਿਹੜਾ ਨਾ ਇਹ ਅਸਲ ਵਿੱਚ ਇਹ ਉਹ ਸੱਚ ਹੈ ਜਿਹੜਾ ਮਾਸਕ ਔਰ ਜਿਹੜਾ ਸੋਸ਼ਲ ਡਿਸਟੈਂਸਿੰਗ ਹੈ, ਇਹ ਇਹੋ ਜਿਹਾ ਝੂਠ ਹੈ ਜਿਹਨੂੰ ਤੁਸੀਂ ਲਾਗੂ ਕਰ ਹੀ ਨਹੀਂ ਸਕਦੇ। ਸੋਸ਼ਲ ਡਿਸਟੈਂਸਿੰਗ ਨਾਂ ਦੀ ਚੀਜ਼ ਸਮਾਜ 'ਚ ਲਾਗੂ ਨਹੀਂ ਹੋ ਸਕਦੀ। ਅਸੀਂ ਇੰਪੋਸੀਬਲ ਨੂੰ ਪੋਸੀਬਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵੀ ਆਰ ਬਿਫੂਲਿੰਗ ਆਵਰਸੈਲਵਸ, ਅਸੀਂ ਆਪਣੇ ਆਪ ਨੂੰ ਬੇਵਕੂਫ ਬਣਾ ਰਹੇ ਹਾਂ। ਤੁਸੀਂ ਮੈਨੂੰ ਜ਼ਿੰਦਗੀ ਕਿਵੇਂ ਖੜਾ ਦੋਗੇ, ਲਾਈਫ ਨੂੰ ਕਿਵੇਂ ਖੜਾ ਕਰ ਦੋਗੇ, ਫਿਰ ਕਿੰਨੇ ਚਿਰ ਵਾਸਤੇ ਖੜਾ ਕਰੋਗੇ ਜੀ? ਇਹ ਵੱਡਾ ਸਵਾਲ ਹੈ ਵੀ ਫਿਰ ਵਾਇਰਸ ਕਿਤੇ ਚੰਦਰਮਾ 'ਤੇ ਚਲੀ ਜਾਏਗੀ ਜੀ? ਵਾਇਰਸ ਜਦੋਂ ਆ ਗਈ ਤਾਂ ਰਹੇਗੀ, ਫਿਰ ਤਾਂ ਇੱਥੇ ਹੀ ਹੈ, ਕਿਤੇ ਜਾਣਾ ਥੋੜ੍ਹਾ ਜਿਹਾ ਉੱਥੇ। ਹੁਣ ਤਾਂ ਐਂਡੈਮਿਕ ਹੋ ਗਈ ਹੋਈ ਹੈ, ਉਹ ਐਂਡੈਮਿਕ ਹੋ ਗਈ, ਨਹੀਂ ਹੋ ਗਈ, ਸ਼ਬਦਾਵਲੀ ਹੈ। ਹੋ ਸਕਦਾ ਉਹ ਕਿਤੋਂ ਆਈ ਹੋਈ ਨਹੀਂ, ਹੈ ਹੀ ਇੱਥੇ ਸੀਗੀ, ਸਾਡਾ ਪਾਰਟੀ ਸੀਗੀ। ਕਿਉਂਕਿ ਵਾਇਰਸ ਜਿਹੜੀਆਂ ਨੇ ਇੱਦਾਂ ਹੀ ਸਾਈਕਲ ਬਣਾਇਆ ਹੋਇਆ ਉਹਨਾਂ ਦਾ। ਹਰ 3-4 ਸਾਲ ਬਾਅਦ ਥੋੜ੍ਹੀ ਜਿਹੀ ਸੀਰੀਅਸ ਵਾਇਰਸ ਜਿਹੜੀ ਆਉਂਦੀ ਹੈ, ਇਹ ਸੈਂਕੜੇ ਸਾਲਾਂ ਤੋਂ ਨੋਨ ਹੈ ਕਿ ਹਰ 4ਵੇਂ-5ਵੇਂ ਸਾਲ ਜਿਹੜਾ ਫਲੂ ਹੁੰਦਾ ਉਹ ਜ਼ਿਆਦਾ ਸੀਵੀਅਰ ਹੁੰਦਾ। 3 ਸਾਲ ਮਾਈਲਡ ਰਹੂਗਾ, 4ਥੇ ਸਾਲ 5ਵੇਂ ਸਾਲ ਜਾ ਕੇ ਫਲੂ ਸੀਵੀਅਰ ਹੋਊਗਾ। ਤੇ ਕੋਈ ਗੱਲ ਨਹੀਂ, ਫਿਰ ਉਹ ਐਤਕੀ ਥੋੜ੍ਹਾ ਸੀਵੀਅਰ ਹੋ ਗਿਆ, ਫਿਰ ਤਾਂ ਵੀ ਕੋਈ ਗੱਲ ਨਹੀਂ ਖਾਸ। ਸਾਨੂੰ ਚਾਹੀਦਾ ਤਾਂ ਇਹ ਸੀਗਾ, ਲੋੜ ਤਾਂ ਇਸ ਗੱਲ ਦੀ ਸੀ ਕਿ ਅਸੀਂ ਜਿੰਨੇ ਵਲਨਰੇਬਲ ਬੰਦੇ ਸੀਗੇ ਉਹਨਾਂ ਨੂੰ ਤਕੜਾ ਕਰਦੇ ਜੀ। ਉਹਨਾਂ 'ਚ ਅਸੀਂ ਇਹ ਪ੍ਰਚਾਰ ਕਰਦੇ, ਇਹ ਐਜੂਕੇਟ ਕਰਦੇ ਕਿ ਤੁਸੀਂ ਆਪਣੇ ਆਪ ਨੂੰ, ਆਪਣੀ ਇਮਿਊਨਿਟੀ ਨੂੰ ਕਿੱਦਾਂ ਬਿਲਡ ਕਰਨਾ, ਤਕੜੇ ਹੋਣਾ। ਜਿਹੜਾ ਕਿ ਅੱਜ ਅਸੀਂ ਪੂਰੇ ਜ਼ੋਰ ਨਾਲ ਪ੍ਰਚਾਰ ਕਰ ਰਹੇ ਹਾਂ ਔਰ ਅਸੀਂ ਇਸ ਗੱਲ ਦਾ ਪੂਰਾ ਦਾਅਵਾ ਕਰ ਰਹੇ ਹਾਂ ਕਿ 100 ਸਾਲ ਦਾ ਬੰਦਾ ਵੀ ਅਗਰ ਸਾਡੇ ਤਰੀਕੇ ਨਾਲ ਚੱਲ ਜਾਵੇ ਉਹ ਵੀ ਨਹੀਂ ਮਰੇਗਾ ਜੀ। ਅਸੀਂ 50,000 ਬੰਦਾ ਜਿਹੜਾ ਹੈ ਉਹ ਟਰੀਟ ਕੀਤਾ ਹੈ ਕਰੋਨਾ ਦਾ। ਅਸੀਂ ਡਾਕਟਰ ਬਿਸਰੂ ਰਾਜਾ ਦੀ ਇੱਕ ਤਾਲਮੇਲ 'ਚ ਜਿਨ੍ਹਾਂ ਨੂੰ ਅਸੀਂ 50,000 ਬੰਦੇ ਨੂੰ ਟਰੀਟ ਕੀਤਾ ਫਲੂ ਦੇ ਕੇਸਿਸ ਨੂੰ। ਇੱਕ ਵੀ ਬੰਦਾ ਮਰਿਆ ਨਹੀਂ ਹੈ ਉਹਦੇ 'ਚ, ਇੱਕ ਵੀ ਬੰਦੇ ਨੂੰ ਕੋਈ ਦਵਾਈ ਨਹੀਂ ਦਿੱਤੀ, ਇੱਕ ਵੀ ਬੰਦੇ ਦਾ ਕੋਈ ਪੈਸਾ ਨਹੀਂ ਲੱਗਿਆ। ਓਕੇ, ਤਾਂ ਇਸ ਕਰਕੇ ਕਿਵੇਂ ਕੀਤਾ ਸੀ ਕਿ ਇਮਿਊਨਿਟੀ ਉਹ ਤਾਂ ਬਿਮਾਰਾਂ ਦੀ ਕੀਤੀ ਹੈ, ਤੁਸੀਂ ਐਡਵਾਂਸ ਕਰ ਦੇਣੀ ਚਾਹੀਦੀ ਹੈ ਜੀ। ਮੰਨ ਲਓ ਬਜ਼ੁਰਗ ਹੈ, ਕੋਈ ਹਾਰਟ ਅਟੈਕ ਵਾਲਾ, ਕੋਈ ਦਮੇ ਵਾਲਾ, ਉਹਨੂੰ ਪਹਿਲਾਂ ਹੀ ਕਹਿ ਦਿਓ ਵੀ ਭਾਈ ਫਲੂ ਸੀਜ਼ਨ ਆ ਰਿਹਾ, ਅੱਗੇ ਫਲੂ ਫੈਲਣ ਦੀ ਸੰਭਾਵਨਾ ਹੈ, ਤੂੰ ਆਪਣੀ ਆਹ ਚੀਜ਼ਾਂ ਜਿਹੜੀਆਂ ਸਾਰੇ ਬੰਦੇ ਕਰ ਲਓ। ਵੀ ਇੱਦਾਂ ਦਾ ਖਾਣਾ ਖਾਓ, ਇੱਦਾਂ ਐਕਸਰਸਾਈਜ਼ ਕਰੋ, ਖੁੱਲ੍ਹੀ ਹਵਾ 'ਚ ਜਾਓ, ਸੈਰ ਕਰਿਆ ਕਰੋ, ਧੁੱਪੇ ਜਾਇਆ ਕਰੋ, ਆਹ 2-4 ਕਾੜੇ ਨੇ ਜਿਹੜੇ ਬੜੇ ਵਧੀਆ ਨੇ, ਇਹ ਕਾੜੇ ਪੀ ਲਿਆ ਕਰੋ ਜੀ। ਜੂਸ ਪੀ ਲਿਆ ਕਰੋ, ਉਹ ਫਲਾਣਾ ਫਲ ਜਿਹੜਾ ਸਸਤਾ ਮੌਸਮੀ ਫਲ ਖਾ। ਤਾਂ ਚਾਹੀਦਾ ਤਾਂ ਇਹ ਸੀਗਾ ਬਿਲਕੁਲ। ਉਹ ਤਾਂ ਗੱਲ ਹੀ ਨਹੀਂ ਕੀਤੀ ਕਿਸੇ ਨੇ। ਤੁਸੀਂ ਪਾਇਆ ਕਿਤੇ ਕੋਈ ਇਮਿਊਨਿਟੀ ਦੀ ਗੱਲ ਕਰ ਰਿਹਾ? ਇਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ ਕੋਈ। ਜਿਹੜੀ ਕਿ ਸਾਡਾ ਆਯੁਰਵੇਦ 5000 ਸਾਲ ਤੋਂ ਪਹਿਲਾਂ ਕਹਿੰਦਾ ਸੀਗਾ, 5000 ਸਾਲ ਤੋਂ ਆਯੁਰਵੇਦ ਕਹਿ ਰਿਹਾ ਕਿ ਇਮਿਊਨਿਟੀ ਇੱਕੋ ਹੀ ਇਸ਼ੂ ਹੈ, ਤੁਹਾਡੇ ਕੋਲ ਇੱਕੋ ਹੀ ਦਰਵਾਜ਼ਾ ਖੁੱਲ੍ਹਾ ਹੈ, ਇੱਕੋ ਹੀ ਚੀਜ਼ ਤੁਹਾਨੂੰ ਬਚਾ ਸਕਦੀ ਹੈ, ਤੁਹਾਡੀ ਇਮਿਊਨਿਟੀ ਜੀ। ਸੂਖਸ਼ਮ ਜੀਵਾਂ ਦੇ ਰਾਹੀਂ ਕਰਨ ਵਾਲੀਆਂ ਬਿਮਾਰੀਆਂ ਤੋਂ ਨੂੰ ਤੁਸੀਂ ਜਿੰਨਾ ਮਰਜ਼ੀ ਮਾਰ ਲਓ, ਨਹੀਂ ਮਰਦੀਆਂ ਇਹ। ਪਰ ਅਸਲ ਦੇ ਵਿੱਚ ਇੱਥੇ ਦਿੱਕਤ ਇਹ ਹੈ ਜਿਹੜੀ ਮੈਂ ਮਹਿਸੂਸ ਕਰ ਰਿਹਾ ਕਿ ਬਿਰਤਾਂਤ ਸਿਰਜਣ ਦੇ ਅੰਦਰ ਬਹੁਤ ਸਾਰੀ ਲੇਬਲਿੰਗ ਆ ਜਾਂਦੀ ਹੈ। ਯਾਨੀ ਕਿ ਜੇ ਤੁਸੀਂ ਆਯੁਰਵੇਦ ਦੀ ਗੱਲ ਕਰੋਗੇ ਤਾਂ ਤੁਹਾਨੂੰ ਮੰਨ ਲਿਆ ਜਾਏਗਾ ਕਿ ਇਹ ਤਾਂ RSS ਦਾ ਪ੍ਰਚਾਰ ਹੈ। ਇੱਕ ਤਾਂ ਇਹ ਦਿੱਕਤ ਹੈ ਜਿਸ ਕਰਕੇ ਅਸੀਂ ਸ਼ਾਇਦ ਇਸ ਦੁਨੀਆ ਦੇ ਅੰਦਰ ਠੀਕ ਹੈ ਐਲੋਪੈਥੀ ਵੀ ਰਹਿਣੀ ਹੈ, ਹੋਮਿਓਪੈਥੀ ਵੀ ਹੈ, ਆਯੁਰਵੇਦ ਵੀ ਹੈ। ਸਾਨੂੰ ਮਤਲਬ ਕਿ ਜਿਹੜਾ ਤਰੀਕਾ ਵਧੀਆ ਲੱਗਦਾ ਉਹਦੇ ਵਿੱਚ ਸਾਨੂੰ ਜਾਣਾ ਚਾਹੀਦਾ ਹੈ, ਉਹਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪਰ ਅਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਕੈਟਾਗਰੀਆਂ ਰੱਖ ਕੇ ਦਰਵਾਜ਼ੇ ਬੰਦ ਕਰ ਦਿੰਦੇ ਹਾਂ। ਉਹ ਤਾਂ ਫਿਰ ਧੰਦੇਬਾਜ਼ੀ ਹੈ ਨਾ ਜੀ। ਜਿਹਦਾ ਜੋ ਧੰਦਾ ਹੈ ਉਹਦੇ ਨਾਲ ਚਿਪਕਿਆ ਹੋਇਆ। ਪਰ ਨੁਕਤਾਵਾਦੀ ਅਪਰੋਚ ਤਾਂ ਇਹ ਚਾਹੀਦੀ ਵੀ ਸਾਰੀਆਂ ਪੈਥੀਆਂ ਬਿਊਟੀਫੁਲ ਨੇ, ਸਭ 'ਚ ਅੱਛੀਆਂ ਗੱਲਾਂ ਨੇ। ਆਯੁਰਵੇਦ 'ਚ ਆਪਣੀਆਂ ਅੱਛੀਆਂ ਗੱਲਾਂ ਨੇ, ਐਲੋਪੈਥੀ 'ਚ ਆਪਣੀਆਂ ਅੱਛੀਆਂ ਗੱਲਾਂ ਨੇ, ਹੋਮਿਓਪੈਥੀ, ਨੈਚੁਰੋਪੈਥੀ, ਯੋਗਾ ਹੈਗਾ, ਸਭ ਵਧੀਆ ਨੇ। ਬੰਦੇ ਦੇ ਹਿਸਾਬ ਨਾਲ, ਹਾਲਾਤ ਦੇ ਹਿਸਾਬ ਨਾਲ, ਸ਼ੌਕ ਦੇ ਹਿਸਾਬ ਨਾਲ ਬਹੁਤ ਸਾਰੀਆਂ ਗੱਲਾਂ ਨੂੰ ਲਾ ਕੇ ਜਿਹੜੇ ਬੰਦੇ ਨੂੰ ਜਿੱਥੇ ਬੰਦਾ ਫਿੱਟ ਬੈਠਦਾ ਉੱਥੇ ਬਿਠਾ ਦਿਓ। ਇਹ ਬੰਦੇ ਨੂੰ ਕਹਿਣਾ ਇਹ ਹੈ ਕਿ ਤੂੰ ਭਾਈ ਆਪਣੀ ਇਮਿਊਨਿਟੀ ਠੀਕ ਰੱਖਣੀ ਹੈ। ਪਰ ਇਹ ਕੀ ਕਾਰਨ ਹੈ? ਪੈਂਡੈਮਿਕ ਆਇਆ, ਉਸ ਨੂੰ ਲੈ ਕੇ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ, ਤਰ੍ਹਾਂ ਦੇ ਨਜ਼ਰੀਏ ਆਏ। ਪਰ ਜਿਹੜਾ ਕੋਵਿਡ ਦੇ ਉਲਟ ਇੱਕ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਇਸ ਤਰ੍ਹਾਂ ਦੀਆਂ ਵੀ ਸ਼ਾਇਦ ਤੁਹਾਡੇ ਕੋਲ ਵੀ ਵਿਚਾਰ ਆਏ ਹੋਣਗੇ ਕਿ ਉਹਦਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਬਲੌਕ ਕਰ ਦਿੱਤੀ ਜਾਂਦੀ ਹੈ ਜਾਂ ਉਹਦੇ ਖਿਲਾਫ ਸਰਕਾਰ ਕੇਸ ਤੱਕ ਪਾ ਦਿੰਦੀ ਹੈ। ਇਹ ਕਿੰਨਾ ਕੁ ਇਸ ਦੇ ਬਾਰੇ ਤੁਹਾਡਾ ਓਪੀਨੀਅਨ ਕੀ ਹੈ? ਸਾਹਿਬ ਸੱਚ ਇਹ ਹੈ ਕਿ ਇਹ ਜੋ ਵੀ ਕੀਤਾ ਗਿਆ ਨਾ, ਇਹ ਬਹੁਤ ਹੀ ਪ੍ਰੀ ਪਲਾਨ ਢੰਗ ਦੇ ਨਾਲ ਗੇਮ ਹੈ। ਓਕੇ, ਇੱਕ ਸਾਡੇ 'ਤੇ ਇੱਕ ਆਲਰੇਡੀ ਪਲੈਨਡ ਕਰਕੇ ਉਹਨੂੰ ਖਾਸ ਢੰਗ ਦੇ ਨਾਲ ਇੱਕ ਏਜੰਡਾ ਲਿਆਂਦਾ ਗਿਆ। ਉਸ ਏਜੰਡੇ ਦਾ ਇੱਕ ਪਾਰਟ ਇਹ ਹੈ। ਓਕੇ, ਉਹ ਏਜੰਡਾ ਕੀ ਹੈ? ਉਹ ਏਜੰਡਾ ਹੈ ਕਿ ਤੁਸੀਂ ਇੱਕ ਨਵੀਂ ਕਿਸਮ ਦੀ ਗਵਰਨੈਂਸ ਲੈ ਕੇ ਆਉਣਾ ਚਾਹੁੰਦੇ ਹੋ ਜੀ। ਕਿਉਂ ਇਹ ਲੋੜ ਕਿਉਂ ਪਈ? ਕਿਉਂਕਿ ਅੱਜ ਜਿਹੜਾ ਕੈਪੀਟਲਿਜ਼ਮ ਦੀ ਡਿਵੈਲਪਮੈਂਟ ਜਿਸ ਹੱਦ ਤੱਕ ਹੋ ਚੁੱਕੀ ਹੈ, ਉੱਥੇ ਕੈਪੀਟਲਿਜ਼ਮ ਇਜ਼ ਨੋ ਮੋਰ ਰੈਲੇਵੈਂਟ ਨਾਓ। ਕਿਉਂਕਿ ਇੰਨਾ ਜ਼ਿਆਦਾ ਜ਼ਾਲਮ ਹੋ ਚੁੱਕਾ ਹੈ, ਇੰਨਾ ਜ਼ਿਆਦਾ ਕ੍ਰਿਮੀਨਲ ਹੋ ਚੁੱਕਾ ਕੈਪੀਟਲਿਜ਼ਮ ਕਿ ਪੂਰੀ ਦੀ ਪੂਰੀ ਨੈਚੁਰਲ ਰਿਸੋਰਸਿਸ ਨੂੰ ਤਬਾਹ ਕਰ ਰਿਹਾ ਜੀ।
ਪਾਣੀ ਤਬਾਹ ਕਰ ਰਿਹਾ, ਧਰਤੀ ਤਬਾਹ ਕਰ ਰਿਹਾ, ਕਲਾਈਮੇਟ ਤਬਾਹ ਕਰ ਰਿਹਾ, ਧਰਤੀ ਦੀ ਵੈਰੀ ਐਗਜ਼ਿਸਟੈਂਸ ਨੂੰ ਖਤਰਾ ਬਣ ਰਿਹਾ ਜੀ। ਕਿਉਂਕਿ ਇੰਨੇ ਲਾਲਚੀ ਹੋ ਗਏ ਆ, ਉਹ ਇੰਨੇ ਕ੍ਰਿਮੀਨਲ ਲੈਵਲ ਦੇ ਲਾਲਚੀ ਹੋ ਗਏ ਆ ਕਿ ਉਹਨੂੰ ਪਰਵਾਹ ਹੀ ਨਹੀਂ, ਜੰਗਲ ਕੱਟੀ ਜਾਂਦੇ ਆ, ਪਹਾੜ ਤਬਾਹ ਕਰੀ ਜਾਂਦੇ ਆ, ਕੁਝ ਵੀ ਕਰ ਸਕਦੇ ਉਹ ਆਪਣੇ ਪ੍ਰੋਫਿਟ ਵਾਸਤੇ ਜੀ। ਕਿ ਉਹਨਾਂ 'ਚ ਇੱਕ ਪਾਗਲਪਨ ਹੈ ਔਰ ਐਂਡਲੈਸ ਪਾਗਲਪਨ ਹੈ ਕਿ ਅਸੀਂ ਵੱਡੇ ਤੋਂ ਹੋਰ ਵੱਡੇ ਤੋਂ ਹੋਰ ਵੱਡੇ ਤੋਂ ਵੱਡੇ ਹੋਣਾ ਹੈ। ਫਿਰ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨ ਲੱਗ ਜਾਂਦੇ ਆ ਜੀ। ਭਰਾ ਆਪਸ 'ਚ ਲੜਨ ਲੱਗ ਜਾਂਦੇ। ਤੁਸੀਂ ਦੇਖਿਆ ਦੁਨੀਆ ਦੇ, ਹਿੰਦੁਸਤਾਨ ਦੇ 2 ਟੌਪ ਭਰਾਵਾਂ ਦੀ ਕਿਵੇਂ ਲੜਾਈ ਹੋਈ ਜੀ। ਤਾਂ ਇਹ ਜਿਹੜਾ ਪਾਗਲਪਨ ਹੈ ਨਾ, ਇਸ ਪਾਗਲਪਨ ਦੇ ਅੰਦਰ ਉਹ ਜਿਹੜੇ ਇੰਨੇ ਕੁ ਜ਼ਿਆਦਾ ਡਿਸਟਰਕਟਿਵ ਹੋ ਗਏ ਆ, ਇੰਨੇ ਕੁ ਜ਼ਿਆਦਾ ਉਹ ਮਾਰੂ ਹੋ ਗਏ ਆ ਕਿ ਕੁਦਰਤੀ ਸਰੋਤ ਜਿਹਦੇ ਵਿੱਚ ਮਨੁੱਖਤਾ ਵੀ ਸ਼ਾਮਲ ਹੈ, ਮਨੁੱਖਤਾ ਸਭ ਤੋਂ ਸੁਪਰਬ, ਸਭ ਤੋਂ ਸੁਪਰੀਮ, ਸਭ ਤੋਂ ਉੱਤਮ ਨੇਚਰਲ ਰਿਸੋਰਸ ਹੈ ਜੀ, ਜਿਹਨੂੰ ਕਿ ਸਭ ਤੋਂ ਜ਼ਿਆਦਾ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਮਨੁੱਖਤਾ ਅਗਰ ਕਾਇਮ ਹੈ, ਮਨੁੱਖ ਅਗਰ ਕਾਇਮ ਹੈ, ਉਹ ਸਿਹਤਮੰਦ ਹੈ, ਉਹ ਖੁਸ਼ ਹੈ, ਤਾਂ ਉਹ ਸਾਰੇ ਦੇ ਸਾਰੇ ਬਾਕੀ ਚੀਜ਼ਾਂ ਨੂੰ ਮੈਨੇਜ ਕਰ ਸਕਦੀ ਹੈ ਜੀ। ਲੇਕਿਨ ਜੇ ਉਹੀ ਬਿਮਾਰ ਹੋ ਗਈ, ਉਹੀ ਤਬਾਹ ਹੋ ਗਈ, ਉਹੀ ਬਿਖਰ ਗਈ, ਤਾਂ ਉਹ ਬਾਕੀ ਜਿਹੜੀ ਰਿਸੋਰਸਿਸ ਨੇ ਬਿਖਰ ਜਾਂਦੀਆਂ ਨੇ। ਸੋ ਇਸ ਕਰਕੇ ਇਹ ਜਿਹੜੀ ਨੇਚਰਲ ਰਿਸੋਰਸ ਦਾ ਦੁਸ਼ਮਣ ਕੌਣ ਹੈ? ਜਿਹੜਾ ਅੱਜ ਦਾ ਮਾਡਰਨ ਕੈਪੀਟਲਿਜ਼ਮ ਹੈ, ਜਿਹਨੂੰ ਅਸੀਂ ਕਾਰਪੋਰੇਟ ਕੈਪੀਟਲਿਜ਼ਮ ਵੀ ਕਹਿ ਦਿੰਦੇ ਹਾਂ, ਬੈਂਕਿੰਗ ਕੈਪੀਟਲ ਵੀ, ਕੁਝ ਅੱਡ ਅੱਡ ਨਾਂ ਨੇ ਉਹਦੇ। ਜੀ। ਅਨਫੋਰਚੂਨੇਟਲੀ ਇਹ ਉਸ ਕੈਪੀਟਲਿਜ਼ਮ ਨੇ ਸਰਕਾਰਾਂ ਆਪਣੀ ਜੇਬ 'ਚ ਪਾ ਲਈਆਂ ਨੇ। ਉਹ 90 ਤੱਕ ਸਰਕਾਰਾਂ ਨਿਊਟਰਲ ਰੋਲ ਪਲੇ ਕਰਦੀਆਂ ਸੀਗੀਆਂ। ਜੇ ਕਿਤੇ ਕੋਈ ਇੰਡਸਟਰੀਲਿਸਟ, ਕੋਈ ਕਾਰਪੋਰੇਟ ਲੋਕਾਂ ਨਾਲ ਧੱਕਾ ਕਰਦਾ ਸੀ ਤਾਂ ਸਰਕਾਰ ਵਿੱਚ ਬਫਰ ਦਾ ਕੰਮ ਕਰਦੀ ਸੀ। ਲੇਕਿਨ 90 ਤੋਂ ਬਾਅਦ ਜਿਹੜਾ ਜੋ ਵਰਤਾਰਾ ਹੋਇਆ ਗਲੋਬਲਾਈਜੇਸ਼ਨ ਦਾ, ਅੱਜ ਸਰਕਾਰਾਂ ਦਾ ਕਰੈਕਟਰ ਕਰੋਨੀ ਹੋ ਗਿਆ, ਜਿਹਨੂੰ ਕਰੋਨੀ ਕੈਪੀਟਲਿਜ਼ਮ ਕਹਿ ਰਹੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਉਸ ਕਾਰਪੋਰੇਟ ਦੀ ਜੇਬ 'ਚ ਨੇ। ਹੁਣ ਉਹ ਸਰਕਾਰਾਂ ਕੈਪੀਟਲਿਜ਼ਮ ਨੂੰ ਸਰਵ ਕਰ ਰਹੀਆਂ ਨੇ, ਕਾਰਪੋਰੇਟ ਨੂੰ ਸਰਵ ਕਰ ਰਹੀਆਂ ਨੇ, ਲੋਕਾਂ ਦੇ ਵੋਟਾਂ ਲੋਕਾਂ ਤੋਂ ਲੈਂਦੀਆਂ ਨੇ ਝੂਠੇ ਨੌਨ ਇਸ਼ੂਜ਼ ਖੜੇ ਕਰਕੇ। ਤੁਸੀਂ ਪਾਓਗੇ ਕਿ ਵੋਟ ਸਾਰੀਆਂ ਇਲੈਕਸ਼ਨਾਂ ਨੌਨ ਇਸ਼ੂ 'ਤੇ ਹੁੰਦੀਆਂ ਨੇ ਜੀ। ਤੁਸੀਂ ਸਾਰੀਆਂ ਇਲੈਕਸ਼ਨਾਂ ਨੂੰ ਦੇਖ ਲਓ, ਰੀਅਲ ਇਸ਼ੂਜ਼ ਕਿਤੇ ਨਹੀਂ ਹੁੰਦੇ, ਬੋਗਸ ਇਸ਼ੂ ਖੜੇ ਕਰਦੇ ਆ, ਫਿਰ ਬੋਗਸ ਇਸ਼ੂ ਦੇ ਇਲੈਕਸ਼ਨਾਂ ਜਿੱਤਦੇ ਆ ਤੇ ਫਿਰ ਉਹਨੂੰ ਕਾਰਪੋਰੇਟ ਨੂੰ ਸਰਵ ਕਰਦੇ ਆ। ਲੋਕਾਂ ਨੂੰ ਬੋਗਸ ਇਸ਼ੂ ਦੇ ਵੋਟਾਂ ਲੈਂਦੇ ਆ ਤੇ ਕਾਰਪੋਰੇਟ ਨੂੰ ਰੀਅਲ ਇਸ਼ੂ 'ਤੇ ਸਰਵ ਕਰਦੇ ਆ। ਸੋ ਇਹ ਜਿਹੜਾ ਡਿਸਪੈਰਿਟੀ ਆ, ਇਹ ਲੋਕ ਦੋ ਲੋਕ ਹੁਣ ਦੇਖ ਪਾ ਰਹੇ ਆ। ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਮਾਹੌਲ ਦੇਖੋ ਕੀ ਹੈ। ਕੋਈ ਪੋਲੀਟੀਕਲ ਪਾਰਟੀਆਂ ਦੀ ਕ੍ਰੈਡੀਬਿਲਿਟੀ ਹੈ? ਇਸੇ ਕਰਕੇ ਕ੍ਰੈਡੀਬਿਲਿਟੀ ਲੂਜ਼ ਹੋਈ ਨਾ ਕਿ ਤੁਸੀਂ ਲਗਾਤਾਰ ਲੋਕਾਂ ਨੂੰ ਬੇਵਕੂਫ ਬਣਾਈ ਜਾ ਰਹੇ ਹੋ। ਵੈਸੇ ਤਾਂ 70 ਸਾਲ ਤੋਂ ਬਣਾ ਰਹੇ ਹੋ, ਲੇਕਿਨ ਪਿਛਲੇ 30 ਸਾਲ ਤੋਂ ਨੰਗਾ ਚਿੱਟਾ ਬਣਾ ਰਹੇ ਹੋ। ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ, ਇਲੈਕਸ਼ਨਾਂ ਦੇ ਵੋਟਾਂ ਲੈਂਦੇ ਹੋ, ਫਿਰ ਜਾ ਕੇ ਲੋਕਾਂ ਦੀ ਗੱਲ ਹੀ ਨਹੀਂ ਪੁੱਛਦੇ। ਉਹ ਲੋਕਾਂ ਨੂੰ ਸਮਝ ਆ ਗਈ। ਹੁਣ ਸਮਝ ਆ ਗਈ ਤਾਂ ਲੋਕ ਕੀ ਕਰਨਗੇ? ਦੂਜੀ ਗੱਲ, ਜਿਹੜੀ ਦੌਲਤ ਦੀ ਡਿਸਪੈਰਿਟੀ ਹੈ, ਜਿਹੜੀ ਦੌਲਤ ਦੀ ਵੰਡ ਹੈ, ਇੰਨੀ ਜ਼ਿਆਦਾ ਅਨਈਕੁਅਲ ਹੋ ਗਈ ਹੈ, ਇੰਨੀ ਐਕਸਟ੍ਰੀਮ ਹੋ ਗਈ ਹੈ ਕਿ ਉਹ ਲੋਕ ਦੇਖ ਪਾ ਰਹੇ ਹੈ ਕਿ ਲੋਕ ਕਹਿੰਦੇ ਵੀ ਮਿਹਨਤ ਤਾਂ ਅਸੀਂ ਕਰਦੇ ਹਾਂ ਜਾਂ ਕੁਦਰਤ ਦੀਆਂ ਸਰੋਤਾਂ ਨੇ, ਪੈਸਾ ਤਾਂ ਉੱਥੋਂ ਪੈਦਾ ਹੁੰਦਾ, ਇਹ ਬੰਦੇ ਉਹੀ ਵਿੱਚ ਔਰ ਮਨੁੱਖਤਾ ਮਰ ਰਹੀ ਹੈ। ਤਾਂ ਇਹ ਸਾਰੇ ਕਾਸੇ ਦੇ ਵਿੱਚ ਜਦੋਂ ਮਨੁੱਖਤਾ ਇੱਕ ਪਾਸੇ ਬਹੁਤ ਚੇਤਨ ਹੋ ਰਹੀ ਹੈ, ਦੂਜੇ ਪਾਸੇ ਜਿਹੜੀ ਉਹ ਜਿਹੜਾ ਇਹ ਲਾਣਾ ਹੈ, ਉਹ ਲਗਾਤਾਰ ਆਪਣਾ ਕਬਜ਼ਾ ਹੋਰ ਤੋਂ ਹੋਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਡਿਸਪੈਰਿਟੀ 'ਚ ਇਹਨਾਂ ਨੂੰ ਇਹ ਖਤਰਾ ਪੈ ਗਿਆ ਕਿ ਹੁਣ ਲੋਕ ਜਿਹੜੇ ਨੇ, ਇਹ ਬਹੁਤਾ ਚਿਰ ਸਾਡਾ ਟਮਟਮਾ ਚੱਲਣਾ ਨਹੀਂ ਹੈ ਅਤੇ ਲੋਕ ਅਲਟੀਮੇਟਲੀ ਡਿਮਾਂਡ ਕਰਨਗੇ ਕਿ ਜਿਹੜੀ ਐਗੈਲੀਟੇਰੀਅਨ ਸੋਸਾਇਟੀ ਹੋਣੀ ਚਾਹੀਦੀ ਹੈ, ਕਿ ਡਿਸਪੈਰਿਟੀ ਘੱਟ ਹੋਣੀ ਚਾਹੀਦੀ ਹੈ। ਲੋਕਾਂ ਨੂੰ ਜਿਹੜੇ ਥੱਲੇ ਡਾਊਨ ਟਰਾਡਨ ਹੈ, ਜਿੰਨਾ ਡਾਊਨ ਟਰਾਡਨ ਨੂੰ ਉੱਪਰ ਚੱਕੋ। ਹਰ ਮਨੁੱਖ ਦਾ ਰਾਈਟ ਹੈ, ਜੋ ਮਨੁੱਖ ਇਸ ਧਰਤੀ 'ਤੇ ਆਇਆ ਉਹਦਾ ਇੱਕ ਰਾਈਟ ਹੈ ਕਿ ਉਹਨੂੰ ਬੇਸਿਕ ਕਮਿਊਨਿਟੀ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ ਜੀ। ਤਾਂ ਉਹ ਜਿਹੜਾ ਇਹ ਹੁਣ ਪ੍ਰੈਡਿਕਸ਼ਨ ਕਰ ਰਹੇ ਸੀਗੇ ਕਿ ਇਹ ਜਿਹੜਾ ਇੱਦਾਂ ਹੋਏਗਾ। ਹੁਣ ਉਸ ਪ੍ਰੈਡਿਕਸ਼ਨ 'ਚ ਹੁਣ ਕੀ ਚਾਹੁੰਦੇ ਆ? ਹੁਣ ਇਹ ਚਾਹੁੰਦੇ ਕਿ ਸਾਰੇ ਜਥੇਬੰਦਕ ਢਾਂਚੇ ਨੂੰ ਇਸ ਢੰਗ ਨਾਲ ਤੋੜ ਦਿੱਤਾ ਜਾਵੇ ਸਮਾਜ ਦੇ ਨੂੰ ਕਿ ਆਹ ਚੀਜ਼ ਕਿਤੇ ਆਹ ਨਾ ਹੋ ਜਾਵੇ। ਉਹ ਜਦੋਂ ਇੱਥੇ ਆ ਗਏ ਤਾਂ ਹੁਣ ਉਹ ਇੱਕ ਨਵੀਂ ਕਿਸਮ ਦੀ ਗਵਰਨੈਂਸ ਲੈ ਕੇ ਆਉਣਾ ਚਾਹੁੰਦੇ ਆ, ਜਿਸ 'ਚ ਕੋਈ ਬੋਲੇ ਨਾ, ਕੋਈ ਡਾਈਸੈਂਟ ਨਾ ਹੋਵੇ, ਕੋਈ ਡਿਫਰੈਂਸ ਓਪੀਨੀਅਨ ਨਾ ਹੋਵੇ, ਕੋਈ ਕ੍ਰਿਟਿਸਾਈਜ਼ ਨਾ ਕਰੇ। ਤੁਸੀਂ ਘਟਨਾਕ੍ਰਮ ਦੇਖੋ ਸਾਰੇ ਕੰਟਰੀ 'ਚ ਕੀ ਜੋ ਹੋ ਰਿਹਾ। ਇੱਕ ਪਾਸੇ ਤੋਂ ਲਗਾਤਾਰ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਰਹੇ ਆ, ਬੈਂਕਾਂ ਨੂੰ ਵੇਚ ਰਹੇ ਆ, ਲਗਾਤਾਰ ਸਾਰਾ ਵੇਚ ਕੇ ਉੱਧਰ ਨੂੰ ਦੇਈ ਜਾ ਰਹੇ ਆ, ਕਾਰਪੋਰੇਟ ਨੂੰ ਉੱਧਰ ਨੂੰ। ਇੱਕ ਇਹ ਫਿਨੋਮੀਨਾ ਹੋ ਰਿਹਾ। ਦੂਜੇ ਪਾਸੇ ਲਗਾਤਾਰ ਉਹ ਇੱਦਾਂ ਦੀ ਗਵਰਨੈਂਸ ਲੈ ਕੇ ਆ ਰਹੇ ਆ ਕਿ ਤੁਹਾਡੀ ਕੋਈ ਵੀ ਡਾਈਸੈਂਟ ਟੋਲਰੇਟ ਨਹੀਂ ਕਰਦੇ। ਜਿਹੜਾ ਵੀ ਖਿਲਾਫ ਬੋਲਦਾ ਉਹਦੇ ਐਂਟੀ ਨੈਸ਼ਨਲ, ਉਹਦੇ ਅੰਦਰ ਉਹਦੇ ਲਗਾਤਾਰ ਲਾਅ ਆ ਰਹੇ ਆ ਜਿਹੜੇ ਕਿ ਡੈਮੋਕ੍ਰੈਟਿਕ ਰਾਈਟਸ 'ਤੇ, ਥੋੜ੍ਹੇ ਉਹਦੇ 'ਤੇ ਹਿਊਮਨ ਰਾਈਟਸ ਦੇ ਉੱਪਰ ਸਾਰੇ ਲਿਬਰਲ ਲਾਅ ਸਾਰੇ ਆ ਰਹੇ ਆ। ਕਿਸਾਨ ਬਿੱਲ ਜਿਹੜੇ ਨੇ ਇਹ ਵੀ ਆ ਰਹੇ। ਇਹ ਸਾਰਾ ਏਜੰਡਾ ਜਿਹੜਾ ਇਹ ਪੈਕੇਜ ਦੀ ਸ਼ਕਲ 'ਚ ਆਇਆ। ਕਿੱਥੋਂ ਬਣਿਆ ਇਹ ਬਣਿਆ IMF ਵਰਲਡ ਬੈਂਕ ਤੋਂ, ਕਿਉਂਕਿ ਅਲਟੀਮੇਟਲੀ ਅੱਜ ਕੈਪੀਟਲਿਜ਼ਮ ਇੱਕੋ ਹੈ। ਹੁਣ ਦੁਨੀਆ ਦੇ ਅੰਦਰ ਕੈਪੀਟਲਿਜ਼ਮ ਕੰਟਰੀ ਵਾਈਜ਼ ਨਹੀਂ ਹੈ। ਦੇयर इज नो ਕੈਪੀਟਲਿਜ਼ਮ ਦੀ ਕੋਈ ਨੇਸ਼ਨ ਨਹੀਂ ਹੈ ਜੀ। ਇਟਸ ਅ ਨਾਨ ਨੇਸ਼ਨ ਗਲੋਬਲ ਕੈਪੀਟਲਿਜ਼ਮ ਹੈ। ਗਲੋਬਲ ਕੈਪੀਟਲਿਜ਼ਮ ਦਾ ਸਰਦਾਰ ਕੌਣ ਹੈ? ਅਮਰੀਕਾ ਹੈ। ਅਤੇ ਅਮਰੀਕਾ ਦੀ ਲੀਡਰਸ਼ਿਪ 'ਚ ਬਾਕੀ ਯੂਰਪ ਹੈ। ਉਹ ਵੱਡੇ ਸਰਦਾਰ ਨੇ, ਸਾਡੇ ਵਾਲੇ ਛੋਟੇ ਨਾਲ ਰਲ ਗਏ ਆ। ਤਾਂ ਇਹ ਗਲੋਬਲ ਕੈਪੀਟਲਿਜ਼ਮ ਜਿਹੜਾ ਹੈ, ਗਲੋਬਲ ਕੈਪੀਟਲਿਜ਼ਮ ਹੁਣ ਪਲੈਨਿੰਗ ਗਲੋਬਲ ਲੈਵਲ 'ਤੇ ਕਰਦਾ। ਅਤੇ ਜਿਹੜੀ ਮੇਰੀ ਅੰਡਰਸਟੈਂਡਿੰਗ ਔਰ ਮੇਰੀ ਨਹੀਂ ਇਕੱਲੀ ਅੰਡਰਸਟੈਂਡਿੰਗ, ਬਹੁਤ ਸਾਰੇ ਲੋਕਾਂ ਦੀ ਦੁਨੀਆ 'ਚ ਅੰਡਰਸਟੈਂਡਿੰਗ ਹੈ ਕਿ ਇਹ ਗਲੋਬਲ ਕੈਪੀਟਲਿਜ਼ਮ ਨੇ ਇੱਕ ਪਲਾਨ ਕਰਕੇ ਇੱਕ ਏਜੰਡਾ ਪਲਾਨ ਕੀਤਾ, ਜਿਹਦੇ 'ਚ ਉਹ ਆਉਣ ਵਾਲੇ 10 ਸਾਲਾਂ 'ਚ ਇੱਕ ਨਵੀਂ ਕਿਸਮ ਦਾ ਆਰਡਰ ਲੈ ਕੇ ਆਉਣਾ ਚਾਹੁੰਦੇ ਆ, ਨਵੀਂ ਕਿਸਮ ਦੀ ਗਵਰਨੈਂਸ ਲੈ ਕੇ ਆਉਣਾ ਚਾਹੁੰਦੇ ਆ, ਜਿਸ 'ਚ ਉਹ
ਆਰਟੀਫਿਸ਼ੀਅਲ ਇੰਟੈਲੀਜੈਂਸ ਲੈ ਕੇ ਆ ਰਹੇ ਹਾਂ, ਮੈਕਸਿਮਮ ਕੰਮ ਕੰਪਿਊਟਰ ਉਹਨੂੰ ਦਿਓ, ਰੋਬੋਟ ਨੂੰ ਦਿਓ, ਮੈਕਸਿਮਮ ਕੰਮ ਡਿਜੀਟਲਾਈਜ਼ ਕਰੋ, ਬੈਂਕਿੰਗ ਜਿਹੜੀ ਹੈ ਉਹ ਕੈਸ਼ਲੈਸ ਕਰ ਦਿਓ। ਤਾਂ ਉਹ ਸਾਰੇ ਦਾ ਸਾਰਾ ਗੱਲ ਜਿਹੜੀ ਹੈ, ਕਿਉਂਕਿ ਦੋ ਡਿਫਰੈਂਟ ਕਿਸਮ ਦੀ ਸੁਸਾਇਟੀ ਬਣ ਸਕਦੀ ਹੈ ਜੀ। ਇੱਕ ਸੁਸਾਇਟੀ ਜਿਹੜੀ ਲੋਕ ਚਾਹੁੰਦੇ ਆ ਕਿ ਹਿਊਮਨ ਸੈਂਟਰਿਕ ਹੋਵੇ, ਮਨੁੱਖ ਕੇਂਦਰ 'ਚ ਹੈ, ਉਹਦੀ ਖੁਸ਼ੀ ਕੇਂਦਰ 'ਚ ਹੈ, ਸਮਾਜ ਕੇਂਦਰ 'ਚ ਹੈ, ਸਾਰੀ ਕੁਛ ਉਹਦੇ ਹਿਸਾਬ ਨਾਲ ਢਾਲੋ। ਖੇਤੀ ਵੀ ਉਹਦੇ ਹਿਸਾਬ ਨਾਲ ਹੋਵੇ, ਇੰਡਸਟਰੀ ਵੀ ਉਹਦੇ ਹਿਸਾਬ ਨਾਲ ਹੋਵੇ, ਬੈਂਕਿੰਗ ਵੀ ਉਹਦੇ ਹਿਸਾਬ ਨਾਲ ਹੋਵੇ, ਟ੍ਰੇਡ ਵੀ ਉਹਦੇ ਹਿਸਾਬ ਨਾਲ ਹੋਵੇ। ਇੱਕ ਪਾਸੇ ਉਹ ਲੋਕ ਨੇ ਜਿਹੜੇ ਕਹਿੰਦੇ ਪਹਾੜ 'ਚ ਗਿਆ ਮਨੁੱਖਤਾ, ਪਹਾੜ 'ਚ ਗਿਆ ਸਮਾਜ, ਸਾਡੀ ਸੁਪਰੀਮੇਸੀ ਹੈ, ਅਸੀਂ ਵੱਡੇ ਹੋਣੇ ਚਾਹੀਦੇ ਆ। ਉਹ ਤਾਂ ਇਹ ਦੋ ਜਿਹਨੂੰ ਕਹਿੰਦੇ ਆ ਬਣ ਗਏ ਆ ਧੜੇ। ਇੱਕ ਪਾਸੇ 1% ਹੈ, ਦੂਜੇ ਪਾਸੇ 99% ਨੇ। ਇੱਕ ਪਾਸੇ 1% ਹੈ, ਦੂਜੇ ਪਾਸੇ 99%। ਲੜਾਈ ਹੁਣ ਕਦੇ ਕਿਹਦੇ ਵਿਚਾਲੇ ਆ? 1% ਤੇ 99% ਦੇ ਵਿਚਾਲੇ। ਉਸ 1% ਨੇ ਪਲੈਨਿੰਗ ਕੀਤੀ ਸਾਰੀ ਹੈ। ਇੱਕ ਤਰ੍ਹਾਂ ਦੀ ਕਲੈਸ਼ ਆਫ ਸਿਵਲਾਈਜੇਸ਼ਨ ਹੀ ਹੈ। ਬਿਲਕੁਲ। ਔਰ ਇਹ ਕੋਈ ਖਤਮ ਨਹੀਂ ਹੋਣ ਜਾ ਰਹੀ, ਇਹ ਕੋਈ ਖਤਮ ਨਹੀਂ ਹੋਣ ਜਾ ਰਹੀ। ਉਹਨਾਂ ਦਾ ਏਜੰਡਾ ਬਹੁਤ ਲੰਬਾ ਹੈ। ਦੇ ਆਰ ਬੈਂਟ ਅਪਨ, ਉਹਨਾਂ ਕੋਲ ਪੈਸਾ ਬਹੁਤ ਹੈ, ਪੈਸੇ ਦੇ ਸਿਰ 'ਤੇ ਖਰੀਦੀ ਹੋਈ ਬ੍ਰੇਨ ਪਾਵਰ ਬਹੁਤ ਹੈ। ਉਹਨਾਂ ਕੋਲ ਸੁਪਰ ਇੰਟੈਲੀਜੈਂਟ ਬੰਦੇ ਨੇ ਜੀ, ਜਿਹੜੇ ਕਿ ਉਹਨਾਂ ਲਈ ਪਲੈਨਿੰਗ ਕਰਦੇ ਆ ਸਾਰੀ। ਸੋ ਇਹ ਕੋਈ ਕਰੋਨਾ ਖਤਮ ਨਹੀਂ ਹੋਣਾ, ਕੋਈ ਨਾ ਕਿਸੇ ਬਹਾਨੇ ਚੱਲੀ ਜਾਣਾ। ਅਤੇ ਅਲਟੀਮੇਟਲੀ ਉਹਨਾਂ ਦਾ ਪਰਪਸ ਇਹ ਹੈ ਕਿ ਪੂਰੇ ਨੈਚੁਰਲ ਰਿਸੋਰਸ ਦੇ ਉੱਪਰ ਜੱਫਾ ਮਾਰਨਾ ਉਹਨਾਂ ਨੇ, ਪੂਰੇ ਦੇ ਪੂਰੇ ਸਮਾਜ 'ਤੇ ਜੱਫਾ ਮਾਰਨਾ। ਲੋਕਾਂ ਦੀ ਕੋਈ ਡਿਸੈਂਟ ਟੋਲਰੇਟ ਨਹੀਂ ਕਰਨੀ। ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਆ ਬਗਾਵਤ ਜਿਹੜੀ ਹੈ ਕਿਸੇ ਕਿਸਮ ਦੀ ਕੋਈ ਉਹਨਾਂ ਨੇ ਬਰਦਾਸ਼ਤ ਨਹੀਂ ਕਰਨੀ। ਤਾਂ ਇਸ ਕਿਸਮ ਦਾ ਉਹ ਕਰਨਾ ਚਾਹੁੰਦੇ ਆ। ਹੁਣ ਦੇਖੋ ਇਹ ਲੜਾਈ 'ਚ ਅੱਗੇ ਕਿਵੇਂ ਡਿਵੈਲਪ ਹੁੰਦੀ ਹੈ। ਉਹਨਾਂ ਦੀ ਇੰਟੈਂਸ਼ਨ ਇਹ ਹੈ, ਉਹਨਾਂ ਦੀ ਕੋਸ਼ਿਸ਼ ਇਹ ਹੈ। ਮਨੁੱਖਤਾ ਜਿਹੜੀ ਹੈ, ਜੋ ਕਿਸਾਨੀ ਅੰਦੋਲਨ ਹੈ, ਉਹ ਇਹਦਾ ਇੱਕ ਲੀਡਿੰਗ ਪਾਰਟ ਹੈ। ਜੋ ਕਿਸਾਨੀ ਅੰਦੋਲਨ ਤੋਂ ਦਿਖ ਰਿਹਾ ਹੈ, ਉਹ ਐਕਚੁਅਲੀ ਮਨੁੱਖਤਾ ਦਾ ਨੁਮਾਇੰਦਾ ਹੈ। ਉਹਨੇ ਮਨੁੱਖਤਾ ਨੂੰ ਲੀਡ ਕੀਤਾ ਕਿ ਕਿਵੇਂ ਦੇਖੋ ਉਹਦੇ ਪਿੱਛੇ ਸਾਰਾ ਸੈਕਸ਼ਨ ਇਕੱਠੇ ਹੋ ਰਹੇ ਨਾ, ਮੁਲਾਜ਼ਮ ਵੀ ਇਕੱਠੇ ਹੋ ਰਹੇ ਆ, ਮਜ਼ਦੂਰ ਵੀ ਇਕੱਠੇ ਹੋ ਰਹੇ ਆ, ਜਿਹੜੇ ਛੋਟੇ ਟਰੇਡਰ ਨੇ, ਰੇਹੜੀ ਵਾਲੇ ਸਾਰੇ, ਉਹ ਲੱਗਦਾ ਕਿ ਕਿਸਾਨਾਂ ਦੇ ਨਾਲ ਖੜੇ ਹੋ ਗਏ ਆ। ਇਹ ਕੋਈ ਕਿਸਾਨਾਂ ਦੀ ਕਲਾਕਾਰੀ ਨਹੀਂ ਹੈ, ਸਮੇਂ ਦੀ ਮੰਗ ਹੈ। ਸਮਾਂ ਇਸ ਵੇਲੇ ਮੰਗ ਕਰਦਾ ਹੈ ਕਿ ਪੂਰੀ ਮਨੁੱਖਤਾ ਜਿਹੜੀ ਹੈ, ਜਿੰਨੇ ਵਰਕਿੰਗ ਪੀਪਲ ਨੇ, ਜਿਹੜੇ ਮਿਹਨਤਕਸ਼ ਲੋਕ ਨੇ, ਉਹ ਇਕੱਠੇ ਹੋਣ ਇੱਕ ਪਾਸੇ। ਉਹ 99% ਇੰਨੇ ਕੁ ਇਕੱਠੇ ਹੋਣ, ਇੰਨੇ ਕੁ ਚੇਤਨ ਹੋਣ, ਇੰਨੇ ਕੁ ਜਥੇਬੰਦ ਹੋਣ ਕਿ ਜੋ ਉਹਨਾਂ ਦੇ ਬੁਰੇ ਇਰਾਦੇ ਆ ਕਿ ਸਮਾਜ ਨੂੰ ਇਸ ਢੰਗ ਨਾਲ ਕੰਟਰੋਲ ਕਰਨਾ ਚਾਹੁੰਦੇ ਆ ਕਿ ਇਹਦੇ 'ਚ ਕੋਈ ਟਸ ਤੋਂ ਮਸ ਨਾ ਹੋਵੇ, ਸਾਡੀ ਮਰਜ਼ੀ ਤੋਂ ਬਿਨਾਂ ਪੱਤਾ ਨਾ ਹਿੱਲੇ। ਉਹ ਜੋ ਕਰਨਾ ਚਾਹੁੰਦੇ, ਉਹਦਾ ਕਿਵੇਂ ਮੁਕਾਬਲਾ ਕੀਤਾ ਜਾਵੇ, ਉਹ ਪੂਰੀ ਮਨੁੱਖਤਾ ਇਕੱਠੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਹ ਲੜਾਈ ਹੈ, ਇਹ ਕੀ ਸ਼ਕਲ ਲਏਗੀ, ਇਹਦੇ ਬਾਰੇ ਆਪਾਂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ। ਲੇਕਿਨ ਇੱਕ ਕਹਿ ਸਕਦੇ ਹਾਂ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੱਚ ਲੰਬੇ ਸਮੇਂ 'ਚ ਹਾਰਦਾ ਨਹੀਂ। ਮੇਰਾ ਆਖਰੀ ਸਵਾਲ 'ਤੇ ਜਾਣ ਤੋਂ ਪਹਿਲਾਂ ਤੁਹਾਡੇ ਇਸੇ ਤੋਂ ਮੈਨੂੰ ਯਾਦ ਆ ਗਿਆ ਕਿ ਜਿਸ ਸਾਲ ਦੇ ਅੰਦਰ ਜੇਮਸ ਕੈਮਰੂਨ ਦੀ ਫਿਲਮ ਅਵਤਾਰ ਆਈ ਸੀ, ਉਸੇ ਸਾਲ ਦੇ ਅੰਦਰ ਉਹਦੀ ਐਕਸ ਵਾਈਫ ਡਾਇਰੈਕਟਰ ਸੀ ਕੈਥਰੀਨ ਬਿੰਗਲੋ, ਉਹਦੀ ਫਿਲਮ ਆਈ ਸੀ ਦੀ ਹਰਟ ਲੋਕਰ। ਅਤੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਕਿਹਾ ਸੀ ਕਿ ਕਿਸੇ ਵੀ ਦੇਸ਼ ਦੀ ਜੇ ਇੱਕ ਸਾਈਕੀ ਜਾਂ ਸਮਝਣੀ ਹੋਵੇ ਤਾਂ ਇਹ ਬੈਸਟ ਉਦਾਹਰਣ ਹੈ ਕਿ ਉਸ ਸਾਲ ਆਸਕਰ ਦੇ ਲਈ ਬਹੁਤ ਤਗੜੀ ਦਾਅਵੇਦਾਰ ਸੀ ਅਵਤਾਰ ਫਿਲਮ। ਪਰ ਅਵਤਾਰ ਫਿਲਮ ਇਸ ਦੇ ਉੱਤੇ ਕਮੈਂਟ ਕਰ ਰਹੀ ਸੀ ਕਿ ਕਿਸ ਤਰ੍ਹਾਂ ਇੱਕ ਵੱਡੇ ਕੈਪੀਟਲਿਸਟ ਸਟਰਕਚਰ ਨੇ, ਇੰਡਸਟਰੀ ਨੇ, ਅਮਰੀਕਾ ਦੀ ਨੇ ਕੁਦਰਤ ਨੂੰ ਤਬਾਹ ਕੀਤਾ, ਅਤੇ ਉਸ ਕੁਦਰਤ ਦੀ ਬਹੁਤ ਵੱਡੀ ਦੁਸ਼ਮਣ ਹੈ ਅਜਿਹਾ ਸੁਭਾਅ ਦੀ ਇੱਕ ਇੰਡਸਟਰੀ ਜਾਂ ਸਰਕਾਰ। ਅਤੇ ਜਿਹੜੀ ਦੀ ਹਰਟ ਲੋਕਰ ਸੀ, ਉਹ ਫਿਲਮ ਬਿਆਨ ਕਰਦੀ ਸੀ ਉਹਨਾਂ ਅਮਰੀਕਨ ਫੌਜੀਆਂ ਦੀ ਦਾਸਤਾਨ ਜਿਨ੍ਹਾਂ ਨੇ ਇਰਾਕ ਦੇ ਅੰਦਰ ਸੰਘਰਸ਼ ਕੀਤਾ। ਅਤੇ ਉਹਨਾਂ ਦਾ ਮਤਲਬ ਇਹ ਸੀ ਕਿ ਅਸੀਂ ਇਰਾਕ ਦੇ ਅੰਦਰ ਬਹੁਤ ਵੱਡੇ ਸ਼ਾਂਤੀ ਦੂਤ ਬਣ ਕੇ ਆਏ ਸੀ। ਅਤੇ ਉਸ ਸਾਲ ਆਸਕਰ ਮਿਲਿਆ ਸੀ ਦੀ ਹਰਟ ਲੋਕਰ ਨੂੰ, ਅਤੇ ਜੇਮਸ ਕੈਮਰੂਨ ਦੀ ਅਵਤਾਰ ਰਹਿ ਗਈ ਸੀ ਸਿਰਫ ਇਸ ਕਰਕੇ ਕਿ ਉਹ ਐਂਟੀ ਅਮਰੀਕਨ ਸੀ। ਇਹ ਉਸ ਦੌਰ ਦੇ ਅੰਦਰ ਬਹੁਤ ਚਰਚਾ ਹੋਈ ਸੀ, ਅਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਚਰਚਾ ਵੀ ਕੁਝ ਉਸੇ ਤਰ੍ਹਾਂ ਦੀ ਪਹੁੰਚ ਗਈ ਹੈ। ਪਰ ਵੱਡੀਆਂ ਗੱਲਾਂ ਜਾਂ ਉਸ ਥਿਊਰੀ ਨੂੰ, ਜਿਹਨੂੰ ਆਪਾਂ ਕਰੋਨਿਕ ਕੈਪੀਟਲਿਜ਼ਮ ਕਹਿ ਦਿੰਦੇ ਹਾਂ ਜਾਂ ਇਸ ਕਲੈਸ਼ ਆਫ ਸਿਵਲਾਈਜੇਸ਼ਨ ਕਹਿ ਦਿੰਦੇ ਹਾਂ, ਆਮ ਲੋਕਾਂ ਦੀ ਪਹੁੰਚ ਤੋਂ ਤਾਂ ਬਹੁਤ ਉਰਾਂ ਦੀਆਂ ਗੱਲਾਂ ਨੇ। ਆਮ ਲੋਕਾਂ ਦੇ ਅੰਦਰ ਤਾਂ ਇੱਕ ਤਰ੍ਹਾਂ ਦਾ ਅਜੀਬ ਤਰ੍ਹਾਂ ਦਾ ਡਿਪਰੈਸ਼ਨ ਹੈ, ਖੌਫ ਹੈ, ਅਤੇ ਉਹਨਾਂ ਨੂੰ ਲੱਗਦਾ ਕਿ ਕਰੋਨਾ ਨਾਲ ਨਜਿੱਠਿਆ ਕਿਵੇਂ ਜਾਵੇ। ਉਹਨਾਂ ਕੋਲ ਕੋਈ ਹੱਲ ਨਹੀਂ ਹੈ, ਦਵਾਈਆਂ ਦੇ ਬਾਰੇ ਉਹਨਾਂ ਕੋਲ ਕੋਈ ਸੋਲਿਊਸ਼ਨ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਇਹ ਜ਼ਰੂਰ ਤੁਸੀਂ ਕਮੈਂਟ ਕਰੋ ਕਿ ਇਸ ਦੇ ਦੌਰਾਨ ਸਾਡੀ ਤਿਆਰੀ ਕਿਵੇਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਕਰੋਨਾ ਤੋਂ ਬਚ ਸਕੀਏ। ਜਿਵੇਂ ਇਹ ਦੋ ਧੜੇ ਬਣ ਰਹੇ ਨਾ, ਇੱਦਾਂ ਹੀ ਸਾਇੰਸ 'ਚ ਦੋ ਧੜੇ ਬਣ ਰਹੇ ਆ। ਇੱਕ ਧੜਾ ਉਹ ਹੈ ਜਿਹੜਾ ਕਹਿੰਦਾ ਹਸਪਤਾਲ ਜਾ ਕੇ ਟੈਸਟ ਕਰਕੇ ਉਹਨੂੰ ICU ਚਲ ਜਾਣਾ ਹੈ, ਫਿਰ ਉਹਨੂੰ ਭਾਂਤ ਦੀਆਂ ਦਵਾਈਆਂ ਲਾਉਣੀਆਂ, ਲੱਖ 2 ਲੱਖ 3 ਲੱਖ ਰੁਪਇਆ ਉਹ ਤੋਂ ਬਟੋਰ ਲੈਣਾ ਜੀ। ਇੱਕ ਉਹ ਸਾਇੰਸ ਹੈ ਜਿਹੜੀ ਕਿ ਪ੍ਰੋਫਿਟ ਓਰੀਐਂਟਡ ਹੈ, ਜਿਹਦੇ 'ਚ ਕਾਰਪੋਰੇਟ ਹਸਪੀਟਲ, ਬੜੇ ਹਸਪੀਟਲ ਨੇ। ਤੁਸੀਂ ਦੇਖੋਗੇ ਕਿ ਸਰਕਾਰੀ ਹਸਪਤਾਲਾਂ ਨੂੰ ਦਾ ਭੱਠਾ ਬਿਠਾਇਆ ਜਾ ਰਿਹਾ ਨੋਇੰਗਲੀ, ਔਰ ਪ੍ਰਾਈਵੇਟ ਹਸਪਤਾਲਾਂ ਨੂੰ ਉਹਦੇ ਪੈਰਲ ਖੜਾ ਕੀਤਾ ਜਾ ਰਿਹਾ। ਤਾਂ ਉਹ ਕਿਤੇ ਨਾ ਕਿਤੇ
ਜਿਹੜੇ ਉਹ ਇੱਕ ਕਲਚਰ ਹੈ, ਉਹ ਇੱਕ ਸਾਇੰਸ ਹੈ। ਇਹ ਹਾਸੋਹੀਣੀ ਗੱਲ ਸੀ ਕਿ ਅੰਮ੍ਰਿਤਸਰ ਤੋਂ ਰਿਪੋਰਟ ਹੋਈ ਸੀ ਦੀ ਇੰਡੀਅਨ ਐਕਸਪ੍ਰੈਸ ਦੀ ਕਿ ਲੋਕ ਸਰਕਾਰੀ ਨਾਲੋਂ ਪ੍ਰਾਈਵੇਟ ਤੇ ਭਰੋਸਾ ਕਰ ਰਹੇ ਆ, ਤੇ ਕੱਲ ਦੀ ਖਬਰ ਸੀ ਕਿ ਪ੍ਰਾਈਵੇਟ ਹਸਪੀਟਲਾਂ ਦੇ ਅੰਦਰ ਆਕਸੀਜਨ ਸਿਲੰਡਰਾਂ ਦੀ ਘਾਟ ਹੋ ਗਈ। ਹਾਂ, ਤੇ ਇਹ ਵੀ ਇੱਕ ਆਪਣੇ ਆਪ 'ਚ ਬਹੁਤ ਉਲਝਣ ਹੈ। ਨਹੀਂ, ਪਰ ਹਸਪੀਟਲ ਮੈਂ ਆਕਸੀਜਨ ਸਿਲੰਡਰਾਂ ਦੀ ਘਾਟ ਜ਼ਿਆਦਾ ਗਵਰਨਮੈਂਟ ਹਸਪਤਾਲਾਂ 'ਚ ਹੋਈ ਹੈ ਜੀ। ਪ੍ਰਾਈਵੇਟ ਹਸਪਤਾਲਾਂ 'ਚ ਕਿਤੇ ਹੋਈ ਹੋਊਗੀ, ਕੋਈ ਮਿਸਮੈਨੇਜਮੈਂਟ ਕਰਤੀ ਹੋਊਗੀ ਕਿਸੇ ਨੇ। ਪਰ ਇਹੋ ਜਿਹੇ ਮੌਕੇ 'ਤੇ ਜਦੋਂ ਹੋਰਡਿੰਗ ਹੋਣ ਲੱਗ ਜੇ, ਹੋਰਡਿੰਗ ਹੋ ਰਹੀ ਨਾ ਹੁਣ ਤਾਂ, ਹੋਰਡਿੰਗ ਕਰਕੇ ਆਕਸੀਜਨ ਦੀ ਸ਼ਾਰਟੇਜ ਜਿਹੜੀ ਹੈ ਉਹ ਤਾਂ ਹੋਰਡਿੰਗ ਕਰਕੇ ਹੈ ਕਿ ਜਿਹੜਾ ਜਿੱਥੇ ਬੈਠਾ ਉੱਥੇ ਉਹਨੇ ਹੋਲਡ ਕਰ ਲਿਆ। ਉਹ ਜੋ ਹੋਰਡਿੰਗ ਹੁੰਦੀ ਹੈ ਤਾਂ ਫਿਰ ਜਿਹੜਾ ਪੈਸੇ ਵਾਲਾ ਜ਼ਿਆਦਾ ਹੁੰਦਾ ਉਹ ਜ਼ਿਆਦਾ ਲੈ ਲੈਂਦਾ। ਬਿਲਕੁਲ। ਤਾਂ ਪ੍ਰਾਈਵੇਟ ਹਸਪਤਾਲ ਜ਼ਿਆਦਾ ਪੈਸੇ ਵਾਲੇ ਆ, ਉਹ ਨਹੀਂ ਸ਼ਾਰਟੇਜ ਹੋਣ ਪਰ ਦੇਣਗੇ। ਮਤਲਬ ਮਸਲਾ ਉੱਥੇ ਹੀ ਆ ਜਾਂਦਾ ਕਿ ਇਸ ਕੋਵਿਡ ਦੇ ਦੌਰਾਨ ਉਸ ਡਿਪਰੈਸ਼ਨ, ਉਸ ਡਰ ਤੋਂ ਕਿਵੇਂ ਬਚਿਆ ਜਾਵੇ, ਕਿਸ ਤਰ੍ਹਾਂ ਦੀ ਜੀਵਨ ਸ਼ੈਲੀ। ਉਹ ਤਾਂ ਜਿਹੜੀ ਅਸੀਂ ਬੜੇ ਪਿਛਲੇ ਸਾਲ ਤੋਂ ਹੀ ਕਹਿ ਰਹੇ ਹਾਂ ਜਦ ਤੋਂ ਕਰੋਨਾ ਆਇਆ ਕਿ ਇਹਦੇ ਵਿੱਚ 99% ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਸਿਰਫ 1% ਲੋਕ ਸੀਰੀਅਸ ਹੋਣਗੇ, ਉਹ ਵੀ ਜਿਹੜੇ ਆਲਰੇਡੀ ਸਿੱਕ ਨੇ। ਓਕੇ। 99% ਬੰਦਿਆਂ ਨੂੰ ਨਾ ਕਿਤੇ ਟੈਸਟ ਕਰਾਉਣ ਦੀ ਲੋੜ ਹੈ, ਨਾ ਕਿਤੇ ਹਸਪਤਾਲ ਜਾਣ ਦੀ ਲੋੜ ਹੈ। ਅਸੀਂ ਉਹਨੂੰ ਸਪੈਸ਼ਲ ਬਕਾਇਦਾ ਇੱਕ ਪ੍ਰੋਟੋਕਾਲ ਦੇ ਰਹੇ ਹਾਂ। ਉਸ ਪ੍ਰੋਟੋਕਾਲ ਦੇ ਅੰਦਰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਫੀਵਰ ਨੂੰ ਨਾ ਉਤਾਰੋ। ਓਕੇ। ਫੀਵਰ ਉਤਾਰਨਾ ਜਿਹੜਾ ਤੁਸੀਂ ਆਪਣੀ ਇਮਿਊਨਿਟੀ ਦਾ ਸੱਤਿਆਨਾਸ਼ ਮਾਰ ਕਰ ਰਹੇ ਹੋ। ਫੀਵਰ ਇਜ਼ ਏ ਇੰਡੀਕੇਟਰ ਆਫ ਯੂਰ ਇਮਿਊਨਿਟੀ। ਜੇ ਫੀਵਰ ਰਹੇਗਾ ਤਾਂ ਤੁਹਾਡੀ ਇਮਿਊਨਿਟੀ ਮੈਨੀ ਟਾਈਮ ਜ਼ਿਆਦਾ ਐਕਟਿਵ ਹੁੰਦੀ ਹੈ। ਫੀਵਰ ਨਾ ਉਤਾਰੋ। ਉਸ ਤੋਂ ਬਾਅਦ ਤੁਸੀਂ ਆਮ ਜੇ ਮੇਜਰ ਲਓ, ਯਾਨੀ ਕਿ ਸਾਡਾ ਆਯੁਰਵੇਦ ਦੇ ਅੰਦਰ ਇੱਕ ਬਹੁਤ ਪਿਆਰਾ ਕਨਸੈਪਟ ਹੈ ਕਿ ਜੇ ਤੁਹਾਨੂੰ ਫੀਵਰ ਹੋ ਰਿਹਾ, ਜੇ ਤੁਹਾਨੂੰ ਅਕਿਊਟ ਇਲਨੈਸ ਕੋਈ ਹੋਈ ਹੈ ਤਾਂ 3 ਦਿਨ ਲਈ ਖਾਣਾ ਪੀਣਾ ਬੰਦ ਕਰ ਦਿਓ। ਖਾਣਾ ਬੰਦ ਕਰ ਦਿਓ, ਰੂਟੀਨ ਵਾਲਾ ਖਾਣਾ ਬੰਦ ਕਰ ਦਿਓ, ਤਾਂ 3 ਦਿਨ ਲਿਕੁਇਡ ਡਾਈਟ 'ਤੇ ਚਲੇ ਜਾਓ। ਉਹ ਲਿਕੁਇਡ ਡਾਈਟ ਨੂੰ ਅਸੀਂ ਪੂਰਾ ਡਿਫਾਈਨ ਕਰਕੇ ਦੇ ਰਹੇ ਹਾਂ ਵੀ ਆਹ ਲਿਕੁਇਡ ਡਾਈਟ ਤੁਸੀਂ 3 ਦਿਨ ਲਈ ਲਓ, ਔਰ ਵੰਡਰਫੁਲ ਰਿਜ਼ਲਟਸ ਨੇ ਉਹਦੇ ਅੰਦਰ ਲਿਕੁਇਡ ਡਾਈਟ ਦੇ। ਲਿਕੁਇਡ ਡਾਈਟ ਤੋਂ ਬਾਅਦ ਅਸੀਂ ਆਮ ਕਹਿ ਰਹੇ ਹਾਂ ਕਿ ਸਾਨੂੰ ਹਲਦੀ ਨਮਕ ਦੇ ਗਰਾਰੇ ਕਰੋ ਤਾਂ ਕਿ ਰੈਸਪੀਰੇਟਰੀ ਸਿਸਟਮ ਤੁਹਾਡਾ ਠੀਕ ਰਹੇ। ਭਾਫ਼ ਲਓ, ਆਪਣੀ ਭਾਫ਼ ਲਓ। ਜੇ ਕਿਸੇ ਨੂੰ ਕੋਈ ਥੋੜ੍ਹੀ ਬਹੁਤੀ ਆਕਸੀਜਨ ਘਟਦੀ ਹੈ ਤਾਂ ਉਹਦੇ ਵੀ ਇਸ ਤਰੀਕੇ ਅਸੀਂ ਉਹਨੂੰ ਘਰ 'ਚ ਰਹਿ ਕੇ ਉਹ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਇੱਦਾਂ ਕਰੋ ਤੇ ਧੁੱਪੇ ਬੈਠੋ। ਤਾਂ ਇਹ ਜਿਹੜੀ ਸਾਰੀ ਚੀਜ਼ਾਂ ਨੇ ਅਸੀਂ ਪੈਰਲਲ ਸਾਇੰਸ ਦੇ ਰਹੇ ਹਾਂ। ਤਾਂ ਜਿਹੜੀ ਮੈਂ ਕਹਿ ਰਿਹਾ ਸੀ 50,000 ਲੋਕਾਂ ਨੂੰ ਅਸੀਂ ਟ੍ਰੀਟ ਕੀਤਾ, ਤਾਂ ਉਹ ਇਸੇ ਬੇਸ 'ਤੇ ਕੀਤਾ ਕਿ ਅਸੀਂ ਉਹਨਾਂ ਨੂੰ ਇੱਕ ਪੈਰਲਲ ਸਾਇੰਸ ਦੇ ਰਹੇ ਹਾਂ ਜਿਹੜੀ ਕਿ ਲੋਕਾਂ ਦੀ ਸਾਇੰਸ ਹੈ, ਜਿਹੜੀ ਕਿ ਲੋਕਾਂ ਨੂੰ ਐਮਪਾਵਰ ਕਰਦੀ ਹੈ, ਲੋਕਾਂ ਨੂੰ ਪਾਵਰਫੁਲ ਕਰਦੀ ਹੈ, ਲੋਕਾਂ ਨੂੰ ਕਹਿੰਦੀ ਹੈ ਖੁਦ ਡਾਕਟਰ ਬਣੋ, ਆਪਣੇ ਖੁਦ ਠੀਕ ਕਰੋ ਆਪਣੇ ਆਪ ਨੂੰ। ਤੁਹਾਨੂੰ ਜਿੱਦਾਂ ਦੇ ਤੁਹਾਨੂੰ ਹਸਪੀਟਲ ਇਸ ਵੇਲੇ ਅਵੇਲੇਬਲ ਨੇ, ਉਹ ਹਸਪੀਟਲ ਤੁਹਾਨੂੰ ਕਮਰਸ਼ੀਅਲੀ ਲੁੱਟਣ ਵਾਲੇ ਰਸਤੇ ਪਏ ਹੋਏ ਆ। ਹੁਣ ਫਾਰ ਐਗਜ਼ਾਮਪਲ CT ਸਕੈਨ ਕਰਾਉਣਾ, ਹੁਣ CT ਸਕੈਨ ਹਰ ਬੰਦੇ ਨੂੰ ਕੁੱਦਾਂ ਨੂੰ ਕਹੀ ਆ ਰਹੇ ਆ। ਜਿਹੜਾ ਬੰਦਾ ਜ਼ੁਕਾਮ ਨਾਲ ਉਹਨੂੰ ਕਹਿੰਦਾ CT ਸਕੈਨ ਕਰਾ ਕੇ ਲਿਆ। ਸੋ ਸਟੂਪਿਡ। CT ਸਕੈਨ ਕਿਉਂ ਕਰਾਉਣਾ ਚਾਹੁੰਦੇ ਤੁਸੀਂ? ਕੋਈ ਇੱਕ ਸਾਇੰਟੀਫਿਕ ਲੌਜਿਕ ਨਹੀਂ ਦੱਸ ਸਕਦਾ ਬੰਦਾ। CT ਸਕੈਨ ਕਾਹਦੇ ਵਾਸਤੇ ਹੁੰਦੀ ਹੈ? CT ਸਕੈਨ ਉਸ ਕਾਰਨ ਨੂੰ ਲੱਭਣ ਲਈ ਹੁੰਦੀ ਜਿਹੜਾ ਬਹੁਤ ਛੋਟਾ ਜਿਹਾ ਹੋਵੇ। ਕਿਉਂ ਐਕਸਰੇ ਕਿਉਂ ਨਹੀਂ? ਸਿਰਫ ਐਕਸਰੇ ਜਿਹੜਾ ਹੈ ਉਹ ਨਮੂਨੀਆ ਡਾਇਗਨੋਸ ਕਰ ਸਕਦਾ। ਹੁਣ CT ਸਕੈਨ ਨਾਲ ਤੁਸੀਂ ਬਰੀਕ ਨਮੂਨੀਆ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਬਰੀਕ ਨਮੂਨੇ ਸਭ ਦੇ ਹੋਊਗਾ, ਸਾਰੇ ਫਲੂ ਦੇ ਕੇਸ ਨੂੰ ਹੋਊਗਾ, ਜਿਹਦਾ ਕੋਈ ਮਤਲਬ ਨਹੀਂ ਹੈ, ਕੋਈ ਨੁਕਸਾਨ ਨਹੀਂ ਉਹਦਾ, ਕੋਈ ਟ੍ਰੀਟਮੈਂਟ ਨਹੀਂ ਕਰਨਾ। ਵਾਇਰਲ ਜਿੱਦਾਂ ਜ਼ੁਕਾਮ ਠੀਕ ਹੋ ਜਾਂਦਾ ਹੈ, ਵਾਇਰਲ ਨਮੂਨੀਆ ਵੀ ਉੱਦਾਂ ਹੀ ਠੀਕ ਹੋ ਜਾਂਦਾ ਜੇ ਤੁਸੀਂ ਢੰਗ ਨਾਲ ਚੱਲੋ ਤਾਂ। ਵਾਇਰਲ ਨਮੂਨੀਆ ਦੀ ਟ੍ਰੀਟਮੈਂਟ ਕਰਨ ਦੀ ਲੋੜ ਨਹੀਂ ਹੁੰਦੀ ਅਨਲੈਸ ਐਂਟਲ ਬਹੁਤ ਜ਼ਿਆਦਾ ਵੱਧ ਜਾਵੇ ਕਿ ਬੰਦੇ ਨੂੰ ਸਾਹ ਲੈਣ 'ਚ ਬੜੀ ਦਿੱਕਤ ਆ ਰਹੀ ਹੈ, ਫਿਰ ਗੱਲ ਲੱਗ ਹੈ। ਉਹ 1% ਹੈ। 99% ਲੋਕਾਂ ਨੂੰ ਨਾ ਹਸਪਤਾਲ ਦੀ ਜਾਣ ਦੀ ਲੋੜ ਹੈ, ਨਾ ਟੈਸਟ ਕਰਾਉਣ ਦੀ ਲੋੜ ਹੈ, ਕਿਤੇ ਜਾਣ ਦੀ ਲੋੜ ਨਹੀਂ। ਅਸੀਂ ਜੋ ਪ੍ਰੋਟੋਕਾਲ ਦੇ ਰਹੇ ਹਾਂ 99% ਬੰਦੇ ਉਹਦੇ ਨਾਲ ਬੜੇ ਆਰਾਮ ਨਾਲ ਬਾਹਰ ਆ ਰਹੇ ਆ ਬਿਨਾਂ ਕਿਸੇ ਡਰ ਭੌ ਤੋਂ। ਜਿਹੜਾ 1% ਉਲਝ ਰਿਹਾ, ਉਹ ਉਲਝ ਰਿਹਾ ਕੁਝ ਪੇਸ਼ੈਂਟ ਨੇ ਜਿਹੜੇ ਆਲਰੇਡੀ ਸਿੱਕ ਨੇ ਜੀ, ਉਹਨਾਂ ਨੂੰ ਜਿਵੇਂ ਕਹਿੰਦਾ ਮਰਨ ਦਾ ਬਹਾਨਾ ਹੀ ਕੋਈ ਨਾ ਕੋਈ ਲੱਭਦੇ ਆ। ਮਤਲਬ ਹਾਰਟ ਵਾਲੇ ਪੇਸ਼ੈਂਟ ਨੇ, ਅਸਥਮਾ ਵਾਲੇ ਪੇਸ਼ੈਂਟ ਨੇ, ਸਟੀਰੋਇਡ ਖਾ ਰਹੇ ਲੋਕ ਸਟੀਰੋਇਡ ਬਹੁਤ ਖਵਾਉਂਦੇ ਆ, ਕੁਆਲੀਫਾਈਡ ਡਾਕਟਰ ਵੀ ਖਵਾਈ ਜਾਂਦੇ। ਸਟੀਰੋਇਡ ਜਿਹੜਾ ਬੰਦਾ ਖਾ ਰਿਹਾ ਉਹਦੀ ਇਮਿਊਨਿਟੀ ਬਹੁਤ ਪੱਠਾ ਬੈਠਿਆ ਹੁੰਦਾ ਉਹਦਾ। ਉਹ ਲੋਕ ਦੇਸੀ ਪੁੜੀਆਂ 'ਚ ਪਾਪਾ ਸਟੀਰੋਇਡ ਖਵਾਈ ਜਾ ਰਹੇ ਆ, ਜੁਆਇੰਟਸ ਪੇਨ ਵਾਲਿਆਂ ਨੂੰ, ਕੋਈ ਅਸਥਮੇ ਵਾਲਿਆਂ ਨੂੰ ਖਵਾਈ ਜਾਂਦਾ। ਇਹ ਬੜਾ ਗੰਦਾ ਕਲਚਰ ਬਣਿਆ ਹੋਇਆ ਇੱਥੇ, ਪਰਟੀਕੂਲਰ ਮਾਲ ਵਿੱਚ ਤਾਂ ਬਹੁਤ ਹੀ ਗੰਦਾ ਕਲਚਰ ਹੈ। ਤਾਂ ਉਹ ਇੱਦਾਂ ਦੇ ਪੇਸ਼ੈਂਟ ਨੇ ਜਿਹੜੇ ਕਿ 1% ਉਲਝਦੇ ਆ, ਅਦਰਵਾਈਜ਼ 99% ਪੇਸ਼ੈਂਟ ਨੂੰ ਕੁਛ ਨਹੀਂ ਹੁੰਦਾ। ਸਾਡੇ ਕੋਲ ਰੋਜ਼ ਸੈਂਕੜੇ ਪੇਸ਼ੈਂਟ ਮੇਰੇ ਹੱਥੋਂ ਲੰਘੇ ਆ। 50,000 ਪੇਸ਼ੈਂਟ ਅਸੀਂ ਕਲੈਕਟਿਵਲੀ ਡੀਲ ਕੀਤਾ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ। ਉਹਦੇ 'ਚ ਕਰੋਨਾ ਪੋਜ਼ੀਟਿਵ 6 ਟੈਸਟਡ ਵੀ ਸੀਗੇ, ਜਿਹੜੇ ਨਹੀਂ ਸੀ ਟੈਸਟਡ ਉਹ ਵੀ ਸੀਗੇ, ਫਲੂ ਵਾਲੇ ਸੀਗੇ। ਸੋ ਇਸ ਕਰਕੇ ਇਹ ਵੀ ਉਹਦੇ 'ਚ ਵੀ 2 ਪੈਰਲਲ ਸਾਇੰਸਿਸ ਨੇ। ਇੱਕ ਜਿਹੜਾ ਜੋ ਮੇਨ ਸਟ੍ਰੀਮ ਮੈਡੀਕਲ ਪ੍ਰੋਫੈਸ਼ਨ ਕਹਿ ਰਿਹਾ ਕਿ ਉਹਨੂੰ ਧੜਾ ਹਸਪਤਾਲਾਂ 'ਚ ਭੇਜੋ, ਜਿਹਨੂੰ ਨਹੀਂ ਲੋੜ। ਹੁਣ ਹਸਪਤਾਲ ਰਸ਼ ਕਿਉਂ ਹੋਇਆ? ਰਸ਼ ਇਸ ਕਰਕੇ ਹੋ ਗਿਆ ਕਿ ਪੈਨਿਕ ਪਹਿਲਾਂ ਫੈਲਾਤਾ ਗਿਆ। ਜਦੋਂ ਬੰਦਾ ਡਰ ਗਿਆ ਜੀ, ਤੁਸੀਂ ਕਦੀ ਸੋਚਿਆ ਸੀ ਵੀ ਜ਼ੁਕਾਮ ਨਾਲ ਬੰਦਾ ਮਰ ਸਕਦਾ? ਅੱਜ ਤੋਂ ਸਾਲ ਪਹਿਲਾਂ ਰਿਮੋਟਲੀ ਵੀ ਬੰਦੇ ਦਿਮਾਗ 'ਚ ਨਹੀਂ ਸੀ ਮੈਂ ਜ਼ੁਕਾਮ ਹੋਇਆ ਤਾਂ ਮੈਂ ਮਰ ਜਾਊਂਗਾ। ਅੱਜ ਕੀ ਹੈ? ਅੱਜ ਬੰਦੇ ਛਿੱਕ ਮਾਰੀ ਨਹੀਂ ਨਾਲ ਦੀਆਂ ਬੰਦੇ ਦਿਮਾਗ 'ਚ ਇੱਥੇ ਆਉਂਦਾ ਵੀ ਕਰੋਨਾ ਦਾ ਮਤਲਬ ਮੌਤ ਦਾ ਮਤਲਬ ਬਚੋ। ਅਤੇ ਉਹ ਜਿਹੜੇ ਬੰਦੇ ਨੂੰ ਕੋਈ ਲੋੜ ਨਹੀਂ ਹੁੰਦੀ ਉਹ ਵੀ ਹਸਪਤਾਲ ਨੂੰ ਭੱਜ ਲੈਂਦਾ ਜੀ। ਜਦੋਂ ਹਸਪਤਾਲ ਨੂੰ ਭੱਜੋਗੇ ਤਾਂ ਜਿਹੜਾ ਬੰਦਾ ਅਮੀਰ ਹੈ
ਉਹਦੀਆਂ ਸਿਫਾਰਿਸ਼ਾਂ ਵੀ ਹੈਗੀਆਂ ਉੱਥੇ, ਉਹਨੂੰ ਜਾਣਨ ਵਾਲੇ ਵੀ ਹੈਗੇ ਆ, ਉਹਦੇ ਕੋਲ ਪੈਸਾ ਵੀ ਹੈਗਾ, ਤੇ ਹਸਪਤਾਲ ਅੱਗੇ ਖਾਲੀ ਪਏ ਆ, ਉਹ ਜੀਆਂ ਕਹਿੰਦੇ ਆ, ਉਹ ਜਿਹੜਾ ਬੰਦਾ ਜ਼ਿਆਦਾ ਪੈਸੇ ਦੇਊਗਾ ਉਹਨੂੰ ਦਾਖਲ ਕਰ ਲੈਣਗੇ, ਫਿਰ ਉਹਨੂੰ ਜਸਟੀਫਾਈ ਕਰਨ ਲਈ ਆਕਸੀਜਨ ਵੀ ਲਾਉਣਗੇ, ਸਭ ਕੁਝ ਕਰਨਗੇ, ਫਿਰ ਡ੍ਰਿਪ ਵੀ ਲਾਉਣਗੇ, ਟ੍ਰੀਟਮੈਂਟ ਵੀ ਕਰਨਗੇ। ਉਹ ਟ੍ਰੀਟਮੈਂਟ ਆਪਣੇ ਆਪ 'ਚ ਬੜੀ ਮਾੜੀ ਹੈ ਜੀ। ਹਾਈਲੀ ਟੌਕਸਿਕ ਡਰੱਗ ਦਿੱਤੀਆਂ ਜਾ ਰਹੀਆਂ ਨੇ, ਚਾਹੇ ਉਹ ਰੈਮਡੈਸੀਵਿਰ ਹੈ, ਐਂਟੀਵਾਇਰਲ ਡਰੱਗਸ ਨੇ, ਚਾਹੇ ਉਹ ਹਾਈਡਰੋਕਸੀਕਲੋਰੋਕਿਨ ਹੈ, ਚਾਹੇ ਸਟੀਰੋਇਡਸ ਨੇ। ਹੁਣ ਵਾਇਰਲ ਨਮੂਨੀਆ ਦੇ ਅੰਦਰ ਸਟੀਰੋਇਡ ਦੇਣ ਦਾ ਕਿਆ ਤੁੱਕ ਹੈ? ਤੜਾ ਹੈਵੀ ਡੋਜ਼ ਆਫ ਸਟੀਰੋਇਡ ਦੇ ਦਿੰਦੇ ਆ। ਇੱਕ ਤਾਂ ਉਹਦੇ ਨਾਲ ਤੁਸੀਂ ਸਾਰੀ ਇਮਿਊਨਿਟੀ ਪੈਰਾਲਾਈਜ਼ ਕਰਤੀ, ਇੱਕ ਉਹਦਾ ਫੀਵਰ ਉਤਰ ਗਿਆ। ਉਹ ਸਟੀਰੋਇਡ ਦਾ ਗੁਣ ਹੈ ਕਿ ਸਟੀਰੋਇਡ ਫੀਵਰ ਨੂੰ ਸਬ ਨਾਰਮਲ 'ਤੇ ਲੈ ਜਾਂਦੇ ਆ। ਤੁਹਾਡੀ ਡਿਫੈਂਸ ਸਿਸਟਮ ਨੂੰ ਜਿੰਦਾ ਹੀ ਲਾ ਦਿੰਦੇ ਆ ਜੀ। ਉਹ ਟ੍ਰੀਟਮੈਂਟ ਸਾਰੀ ਗਲਤ ਹੈ। ਕੋਈ ਸਵਾਏ ਆਕਸੀਜਨ ਨੂੰ ਛੱਡ ਕੇ, ਆਕਸੀਜਨ ਦੇਣ ਤੋਂ ਇਲਾਵਾ ਕੋਈ ਟ੍ਰੀਟਮੈਂਟ ਨਹੀਂ ਹੈ ਇਹਨਾਂ ਕੋਲੇ। ਇੱਕ ਆਕਸੀਜਨ ਹੈ ਜਿਹੜੀ ਬਾਡੀ ਨੂੰ ਬੰਦੇ ਨੂੰ ਲੋੜ ਹੈ, ਤਾਂ ਉਹ ਲੱਗਣੀ ਚਾਹੀਦੀ ਉਸ ਵੇਲੇ, ਉਹਨੂੰ ਮਿਲਣੀ ਚਾਹੀਦੀ ਹੈ ਉਸ ਸਿਚੁਏਸ਼ਨ 'ਚ। ਬਾਕੀ ਟ੍ਰੀਟਮੈਂਟ ਦੇ ਅੰਦਰ ਕੋਈ ਸਾਇੰਟੀਫਿਕ ਵੈਲਿਡਿਟੀ ਨਹੀਂ ਹੈ, ਚਾਹੇ ਉਹ ਡਾਕਸੀਕਲੋਰੋਕਿਨ 'ਚ ਕੋਈ ਸਾਇੰਟੀਫਿਕ ਵੈਲਿਡਿਟੀ ਨਹੀਂ ਹੈ, ਰੈਮਡੈਸੀਵਿਰ 'ਚ ਕੋਈ ਸਾਇੰਟੀਫਿਕ ਵੈਲਿਡਿਟੀ ਨਹੀਂ ਹੈ, ਸਟੀਰੋਇਡ ਲਾਉਣ 'ਚ ਕੁਛ ਨਹੀਂ ਹੈ ਜੀ। ਸਟੀਰੋਇਡ ਇੱਕ ਲਾਈਫ ਸੇਵਿੰਗ ਡਰੱਗ ਜਿਹੜੀ ਕਿ ਐਕਸਟ੍ਰੀਮ ਕੇਸ 'ਚ ਦੇਣੀ ਚਾਹੀਦੀ ਹੈ ਸਿਰਫ। ਇਹ ਹਰ ਬੰਦੇ ਨੂੰ ਡ੍ਰਿਪ ਠੋਕਦੇ ਅਤੇ ਸਟੀਰੋਇਡ ਲਾ ਦਿੰਦੇ ਆ। ਅਤੇ ਇੱਕ ਉਹ ਸਾਇੰਸ ਹੈ ਜਿਹੜੀ ਸਾਇੰਸ ਜਿਹੜੀ ਹੈ ਕਮਰਸ ਓਰੀਐਂਟਡ ਹੈ। ਇੱਕ ਉਹਦੇ ਅੰਦਰ ਪ੍ਰੋਟੋਕੋਲ ਆ ਗਿਆ, ਉਹਦੇ ਪ੍ਰੋਟੋਕੋਲ ਡਿਫਾਈਨ ਕਰ ਲੈਂਦੇ, ਫਿਰ ਸਭ ਨੂੰ ਠੋਕ ਦਿੰਦੇ, ਉਸੇ ਰਸਤੇ ਪਟੇ ਚੜਾ ਦਿੰਦੇ ਆ ਜੀ। ਦੂਜੇ ਪਾਸੇ ਅਸੀਂ ਜੋ ਕਰ ਰਹੇ ਹਾਂ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ, ਵਾਇਰਲ ਫੀਵਰ ਹੈ, ਫਲੂ ਹੈ, ਇਹ ਫਲੂਆਂ ਵਰਗਾ ਫਲੂ ਹੈ, ਸਰੀਰ ਮਾੜਾ ਮੋਟਾ ਵੱਧ ਹੋ ਸਕਦਾ, ਘੱਟ ਹੋ ਸਕਦਾ, ਉਹ ਡਿਸਪਿਊਟੇਬਲ ਹੈ। ਆਹ ਚੀਜ਼ਾਂ ਕਰੋਗੇ ਤਾਂ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਊਗੀ ਜੀ। ਸੋ ਪਿਆਰੇ ਦਰਸ਼ਕੋ, ਇਸ ਦੇ ਵਿੱਚ ਅਸੀਂ ਇਹ ਕਮੈਂਟ ਨਹੀਂ ਕਰਦੇ ਬਤੌਰ ਦੀ ਅਨਮਿਊਟ ਕਿ ਇਸ ਦੇ ਵਿੱਚ ਕੀ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਇਸ ਦੌਰ ਦੇ ਅੰਦਰ ਸਭ ਤੋਂ ਜ਼ਰੂਰੀ ਇਹ ਹੈ ਕਿ ਕੋਵਿਡ ਨੂੰ ਲੈ ਕੇ ਸਾਡੀ ਸਮਝ ਬਣਨੀ ਚਾਹੀਦੀ ਹੈ। ਉਸ ਸਮਝ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਥਾਟ ਆਉਂਦਾ ਆ, ਚਾਹੇ ਉਹ ਡਾਕਟਰ ਅਮਰ ਆਜ਼ਾਦ ਦਾ ਥਾਟ ਹੈ, ਚਾਹੇ ਉਹ ਦੂਸਰੇ ਡਾਕਟਰਾਂ ਦਾ ਥਾਟ ਹੈ, ਮੈਨੂੰ ਲੱਗਦਾ ਕਿ ਸਾਨੂੰ ਸਭ ਦਾ ਗੰਭੀਰਤਾ ਦੇ ਨਾਲ ਸੋਚਣਾ ਵਿਚਾਰਨਾ ਚਾਹੀਦਾ ਆ। ਮਸਲਾ ਹੈ ਕਿ ਅਸੀਂ ਉਸ ਖੌਫ 'ਚੋਂ ਨਿਕਲੀਏ, ਮਸਲਾ ਹੈ ਕਿ ਅਸੀਂ ਉਸ ਡਿਪਰੈਸ਼ਨ 'ਚੋਂ ਨਿਕਲੀਏ ਅਤੇ ਆਪਣਾ ਇਲਾਜ ਕਰੀਏ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ, ਰੱਬ ਨਾ ਕਰੇ, ਕੋਵਿਡ ਦੇ ਤੁਸੀਂ ਪ੍ਰਭਾਵ 'ਚ ਆਉਂਦੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਉਸ ਦੇ ਲਈ ਤੁਸੀਂ ਬਹੁਤ ਹੀ ਨਾਰਮਲੀ ਆਪਣਾ ਇਲਾਜ ਕਰ ਸਕਦੇ ਹੋ ਅਤੇ ਆਪਣੇ ਨੇੜੇ ਤੇੜੇ ਦੇ ਸੰਬੰਧਿਤ ਡਾਕਟਰਾਂ ਦੀ ਰਾਏ ਲੈ ਸਕਦੇ ਹੋ। ਡਾਕਟਰ ਅਮਰ ਆਜ਼ਾਦ ਜਿਹੜੇ ਚੀਜ਼ਾਂ ਨੂੰ ਰਿਕਮੈਂਡ ਕਰ ਰਹੇ ਨੇ, ਉਸ ਨੂੰ ਵੀ ਤੁਸੀਂ ਵਿਚਾਰ ਸਕਦੇ ਹੋ। ਸੋ ਇਹ ਜ਼ਰੂਰੀ ਗੱਲਾਂ ਸਨ ਜਿਹੜੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਸਾਂ, ਕਿਉਂਕਿ ਇਸ ਦੌਰ ਦੇ ਅੰਦਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਚੱਲ ਰਹੀਆਂ ਨੇ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।